एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। तेरे कवन कवन गुण कह कहे गावा, तू साहिब गुणी निधाना। तुम्हारी महिमा वर्णना साको, तू ठाकुर ऊच भगवाना। सतनाम वाहे गुरु साहिब जियो। माज महला तीजा आत्म राम प्रगास गुर ते होवै। हऊँ मैं महल लागी गुर शब्दी खोवै। आत्म राम प्रगास गुर ते होवै। हऊँ मैं महल लागी गुर शब्दी खोवै। मन निर्मल अनदिन भगति राता, भगत करे हर पावणिया। हऊँ वारी जियों वारी आप भगत करन, अवरा भगत करावणिया। तिना भगत जना को सद नमस्कार कीजै, जो अनदिन हर गुण गावणिया। रहाओ आपे करता कारण कराए, जित भावै तित कारै लाए। पूरै भाग गुर सेवा होवै, गुर सेवा ते सुख पावणिया। मर मर जीवै तां किछ पाए, गुर प्रसादी हर मन वसाए। सदा मुक्त हर मन वसाए, सहजे सहज समावणिया। बहु कर्म कमावै मुक्त न पाए, देसंतर भवैं दूजै पाए खुआए। बिरथा जन्म गवाया कपटी, बिन शब्दै दुख पावणिया। तावत राखै ठाक रहाए, गुर प्रसादी परम पद पाए। सतगुर आपे मेल मिलाए, मिल प्रीतम सुख पावणिया। इक कूड़ लागे कूड़े फल पाए, दूजै भाए बिरथा जन्म गवाए। आप डूबे सगले कुल डोबे, कूड़ बोल बिख खावणिया। इस तन में मन को गुरमुख देखै, भाए भगत जां हऊँ मैं सोखै। सिद्ध साधिक मोह नितहारी रहे लिवलाए, तिन पी तन में मन ना दिखावणिया। आप कराए करता सोई, होर के करे कीतै क्या होई। नानक जिस नाम देवै सो लेवै, नामो मन वसावणिया। आप कराए करता सोई, होर के करे कीतै क्या होई। नानक जिस नाम देवै सो लेवै, नामो मन वसावणिया। वाहिगुरु जी का खालसा,
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਢਲਦੀ ਸ਼ਾਮ ਸੰਧਿਆ ਸਮੇਂ ਅਸੀਂ ਸਤਸੰਗਤ ਮਾਣ ਰਹੇ ਹਾਂ। ਗੁਰੂ ਹਜ਼ੂਰ ਹਾਜ਼ਰ ਹੋ ਪਾਉਣ ਦਾ ਸਾਨੂੰ ਇਹ ਸੁਭਾਗ ਹੈ, ਜਾਂ ਫਿਰ ਗੁਰੂ ਕੀ ਹਜ਼ੂਰੀ ਨੂੰ ਟੈਲੀਵਿਜ਼ਨ ਰਾਹੀਂ ਜਾਂ ਹੋਰ ਮੀਡੀਆ ਆਊਟਲੈਟਸ ਰਾਹੀਂ ਆਪ ਸਾਂਝ ਪਾ ਰਹੇ ਹੋ ਗੁਰੂ ਸ਼ਬਦ ਦੇ ਨਾਲ। ਇਹ ਵੀ ਵਡਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ, ਇਸ ਵਿੱਚ ਮਾਝ ਰਾਗ ਚੱਲ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਰਿਤ ਕੀਤੀ ਗਈ ਪਾਵਨ ਬਾਣੀ ਅਸ਼ਟਪਦੀਆਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੈ। ਇਸ ਸ਼ਬਦ ਦੀ ਵਿਚਾਰ ਬੀਤੇ ਕੱਲ ਪ੍ਰਾਰੰਭ ਕੀਤੀ ਸੀ ਰਹਾਉ ਦੇ ਬੰਦ ਤੋਂ। ਇਸੇ ਪਦੇ ਤੋਂ ਹੀ ਅੱਜ ਫਿਰ ਵਿਚਾਰ ਦੀ ਪ੍ਰਾਰੰਭਤਾ ਕਰਦੇ ਹਾਂ। ਜਿਵੇਂ ਜਿਵੇਂ ਸਮਾਂ ਅਲਾਓ ਕਰੇਗਾ ਰਹਿੰਦੇ ਪਦੇ 17 ਅਸੀਂ ਉਸੇ ਤਰੀਕੇ ਨਾਲ ਵਿਚਾਰਾਂਗੇ। ਗੁਰਦੇਵ ਜ਼ਿਕਰ ਕਰ ਰਹੇ ਨੇ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਮੈਂ ਵਾਰਨੇ ਜਾਣਾ, ਕੁਰਬਾਨ ਜਾਣਾ ਉਹਨਾਂ ਰੂਹਾਂ ਤੋਂ, ਉਸ ਜੀਵਨ ਯਾਪਨ ਕਰਨ ਵਾਲੇ ਬਸ਼ਰ ਤੋਂ। ਹਉ ਵਾਰੀ ਜਿਉ ਵਾਰੀ ਕੌਣ ਲੋਕ, ਕਿੰਨਾ ਤੋਂ ਮਹਾਰਾਜ? ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਜੋ ਆਪ ਭਗਤੀ ਵਿੱਚ ਰੰਗੇ ਨੇ ਤੇ ਹੋਰਨਾਂ ਲਈ ਪ੍ਰੇਰਨਾ ਬਣ ਰਹੇ ਨੇ, ਹੋਰਨਾਂ ਨੂੰ ਇਸ ਰਾਹ ਤੇ ਤੋਰ ਰਹੇ ਨੇ। ਇਹਦੇ ਬਾਬਤ ਬੜੀ ਡਿਟੇਲਡ ਗੱਲ ਹੋਈ ਸੀ ਕੱਲ। ਅਸੀਂ ਇਸ ਮਨੁੱਖੀ ਸਮਾਜ ਦੇ ਵਿੱਚ ਡੂਅਲ ਐਕਟ ਕਰਦੇ ਹਾਂ। ਸਾਡਾ ਦਵੱਲਾ ਕਾਰਜ ਹੈ। ਅਸੀਂ ਸਮਾਜ ਦਾ ਬਾਏ ਪ੍ਰੋਡਕਟ ਵੀ ਹਾਂ, ਨਾਲ ਦੀ ਨਾਲ ਸੁਸਾਇਟੀ ਨੂੰ ਸ਼ੇਪ ਦੇਣ ਵਿੱਚ ਵੀ ਸਾਡਾ ਰੋਲ ਹੈ। ਜੀਵਨ ਵਿੱਚ ਜੋ ਮਨੁੱਖ ਆਪ ਕਰ ਰਿਹਾ ਹੈ, ਨੋ ਡਾਊਟ ਉਹਦਾ ਇਨਫਲੂਐਂਸ, ਉਹਦੀ ਇੰਸਪੀਰੇਸ਼ਨ, ਉਹਦੀ ਜਾਂਚ, ਉਹਦੀ ਸਿੱਖਿਆ, ਉਹਦਾ এনवायरमेंट, ਉਹਦੀ ਫੈਮਿਲੀ ਨੇ, ਉਹਦੀ ਨੇਬਰਹੁੱਡ ਨੇ, ਉਹ ਸੁਸਾਇਟੀ ਦੇ ਇੰਸਟੀਟਿਊਸ਼ਨਸ ਨੇ, ਉਹਨੇ ਪ੍ਰੋਵਾਈਡ ਕਰਾਇਆ ਉਸ ਨੂੰ। ਬਟ ਦ ਸੇਮ ਟਾਈਮ ਜਿਹੜਾ ਉਹਦਾ ਆਦਤਾਨਾ ਪੱਖ ਹੈ, ਜੀਵਨ ਆ, ਜੋ ਵੀ ਹੈ, ਉਹ ਸਭ ਉਹ ਪੇ ਬੈਕ ਵੀ ਕਰ ਰਿਹਾ ਇੱਕ ਵੱਖਰੇ ਰੂਪ ਦੇ ਵਿੱਚ। ਸੋ ਕਈ ਵਾਰ ਸੋਸ਼ਲ এনवायरमेंट ਦੇ ਵਿੱਚ ਉਸ ਤਰੀਕੇ ਦੀ ਖਾਮੀਆਂ, ਕਮੀਆਂ ਨਹੀਂ ਹੁੰਦੀਆਂ। 1 2 4 5 10 ਇੰਡੀਵਿਜੂਅਲ ਉਸ ਚੀਜ਼ ਨੂੰ ਸ਼ੁਰੂ ਕਰਦੇ ਨੇ ਤੇ ਅਲਟੀਮੇਟਲੀ ਉਹਦਾ ਇੱਕ ਵੱਡਾ ਮੂਵ ਤੁਸੀਂ ਸਮਾਜ ਵਿੱਚ, ਪਰਿਵਾਰ ਵਿੱਚ, ਆਲੇ ਦੁਆਲੇ ਵੇਖਣਾ ਸ਼ੁਰੂ ਕਰ ਦਿੰਦੇ ਹੋ। ਜਿਵੇਂ ਅਸੀਂ ਗੁਰੂ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਕਿ ਜਿਹੜਾ ਧਰਮੀ ਬੰਦਾ ਆ ਉਹ 21 ਕੁਲਾਂ ਤਾਰ ਲੈਂਦਾ ਆਪਣੀਆਂ। ਮਤਲਬ ਜਿਹੜਾ ਗੁਰਮੁਖ ਹੈ 21 ਕੁਲਾਂ ਦਾ ਕਲਿਆਣ ਕਰ ਦਿੰਦਾ ਹੈ। ਹੁਣ ਜਿਹੜਾ 21 ਕੁਲਾਂ ਵਾਲਾ ਇਹ ਸਿਰਫ ਮੁਹਾਵਰਾ ਨਹੀਂ ਹੈਗਾ। ਐਕਚੁਅਲੀ ਗੱਲ ਇਹ ਹੈ, ਜਿਹੋ ਜਿਹਾ ਹਾਵ ਭਾਵ ਜੀਵਨ ਯਾਪਨ ਕਿਸੇ ਬੰਦੇ ਨੇ ਅਡਾਪਟ ਕਰ ਲਿਆ ਤੇ ਉਹਦੇ ਨਾਲ ਬਹੁਤ ਵੱਡੇ ਲੈਵਲ ਤੇ ਦੀ ਐਸੋਸੀਏਸ਼ਨ ਵੀ ਬਣ ਗਈ ਤੇ ਉਹਨੇ ਉਸ ਨੂੰ ਆਲੇ ਦੁਆਲੇ ਵਿਖਾਇਆ ਵੀ, ਡੈਮੋਸਟ੍ਰੇਸ਼ਨ ਵੀ ਕੀਤੀ। ਉਹਦਾ ਪ੍ਰਭਾਵ ਭਾਵੇਂ ਚੰਗਾ ਆ ਭਾਵੇਂ ਮਾੜਾ ਆ ਜ਼ਰੂਰ ਪਏਗਾ। ਗੁਰੂ ਸਾਹਿਬ ਨੇ ਕਿਹਾ ਚੰਗੇ ਹੋ ਜਾਓ, ਇਸ ਕਰਕੇ ਨਹੀਂ ਕਿ ਆਪ ਚੰਗੇ ਹੋਣਾ ਇਕੱਲੇ, ਇਸ ਕਰਕੇ ਕਿਉਂਕਿ ਚੰਗਿਆਈ ਦਾ, ਅੱਛਾਈ ਦਾ ਪ੍ਰਚਾਰ ਕਰਨਾ ਆ, ਉਹਦਾ ਪ੍ਰਸਾਰ ਕਰਨਾ, ਉਹਨੂੰ ਆਲੇ ਦੁਆਲੇ ਫੈਲਾਣਾ ਆ, ਉਹਨੂੰ ਆਲੇ ਦੁਆਲੇ ਦੱਸਣਾ ਆ, ਵਿਖਾਣਾ ਆ ਉਸ ਰੂਪ ਦੇ ਵਿੱਚ। ਮੈਂ ਲਿਟਰਲੀ ਤੌਰ ਤੇ ਮੈਂ ਬਿਆਨ ਕਰਾਂ ਇਸ ਨੂੰ। ਐਡਿਕਸ਼ਨ ਵਿੱਚੋਂ ਐਗਜ਼ਾਮਪਲ ਦੇਵਾਂਗਾ ਕਿਉਂਕਿ ਇੱਕ ਤੇ ਮੇਰੇ ਬਹੁਤਾ ਵੱਡੇ ਲੈਵਲ ਤੇ ਕਾਉਂਸਲਿੰਗ ਦਾ ਫੀਲਡ ਇਹ ਹੈ। ਦੂਜੇ ਨੰਬਰ ਤੇ ਸੋਸਾਇਟੀ ਦੇ ਵਿੱਚ ਦਿਸ ਕਾਈਂਡ ਆਫ ਐਕਚੁਅਲੀ ਇਸ਼ੂਜ਼ ਆਰ ਗਰੋਇੰਗ ਔਨ ਅ ਮੈਸਿਵ ਲੈਵਲ। ਮੈਨੂੰ ਯਾਦ ਆ ਇਹ ਕੁਝ ਸਾਲ ਪਹਿਲਾਂ ਦੀ ਬਾਤ ਆ ਕਿ ਮੇਰੇ ਕੋਲ ਇੱਕ ਬੱਚੇ ਦਾ ਇਸ਼ੂ ਆਇਆ। ਬੱਚੇ ਦਾ ਨਹੀਂ, ਇਟ ਵਾਜ਼ ਐਕਚੁਅਲੀ you can say mature folk who was dealing with gambling and some kind of drugs abuse. ਠੀਕ ਹੈ ਜੀ। ਉਹਦੇ ਮਾਂ-ਬਾਪ ਆਏ ਮੇਰੇ ਕੋਲ ਪਹਿਲਾਂ, ਕਹਿਣ ਲੱਗੇ ਜੀ ਬੜੀ ਵੱਡੀ ਮੁਸ਼ਕਲ ਵਿੱਚ ਨਰਕ ਭੋਗ ਰਹੇ ਹਾਂ, ਹੈਲਪ ਚਾਹੀਦੀ ਹੈ। ਕੋਈ ਨਾ ਜੀ, ਇੰਡੀਵਿਜੂਅਲ ਉਹ ਬੜੀ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਕੰਟੈਂਪਲੇਸ਼ਨ ਸਟੇਜ, ਉਹਨੂੰ ਲੱਗਦਾ ਵੀ ਨਹੀਂ ਇਸ਼ੂ ਹੈ। ਮਤਲਬ ਉਹ ਜੇ ਉਹ ਮੰਨਦਾ ਵੀ ਨਹੀਂ, ਡਿਨਾਇਲ ਵਿੱਚ ਹੈ ਵੀ ਦਿਸ ਇਜ਼ ਨੋਟ ਇਸ਼ੂ। ਉਸ ਸਟੇਜ ਤੇ ਆ ਉਹ।
ਇੱਥੇ ਹੈਲਪ ਚਾਹੀਦੀ ਹੈ। ਦੇਖੋ ਇੱਥੇ ਬਹੁਤੀ ਹੈਲਪ ਤੇ ਹੋ ਨਹੀਂ ਸਕਦੀ, ਪਰ ਹਾਊਸ ਇਨਵਾਇਰਨਮੈਂਟ ਵਿੱਚ ਕੁਝ ਚੀਜ਼ਾਂ ਅਸੀਂ ਲਿਆ ਸਕਦੇ ਹਾਂ। ਖੈਰ ਸਮਹਾਉ ਮੈਨੂੰ ਐਗਰੀ ਹੋਣਾ ਪਿਆ ਉਹਦੇ ਨਾਲ ਮੁਲਾਕਾਤ ਕਰਨ ਵਾਸਤੇ, ਗੱਲਬਾਤ ਕੀਤੀ ਥੋੜ੍ਹੀ ਬਹੁਤੀ। ਉਸ ਤੋਂ ਬਾਅਦ ਮੈਂ ਫਾਦਰ ਨਾਲ ਗੱਲ ਕੀਤੀ। ਮੈਂ ਕਿਹਾ ਮੈਂ ਤੁਹਾਡੇ ਬਾਰੇ ਕੁਝ ਜਾਣਨਾ ਚਾਹਾਂਗਾ। ਹਾਂਜੀ ਦੱਸੋ। ਮੈਂ ਅਜੇ ਵੀ ਇੰਨੇ ਸਾਲ ਹੋ ਗਿਆ, ਅਰਾਊਂਡ 65-66 ਈਅਰ ਓਲਡ ਹਾਂ। ਮੈਂ ਕੰਮ ਕਰਦਾ ਹਾਂ 6 ਡੇਜ਼ ਏ ਵੀਕ ਕੰਮ ਕਰਦਾ ਹਾਂ। ਬੜਾ ਜਿਹੜਾ ਹੈਗਾ ਔਖਾ ਕੰਮ ਹੈ। 12 ਘੰਟੇ ਰੋਜ਼ ਆਲਮੋਸਟ ਡਰਾਈਵ ਕਰਦਾ ਹਾਂ, ਟਰੱਕ ਡਰਾਈਵ ਕਰਦੇ ਨੇ। ਅਤੇ ਇਸ ਤਰੀਕੇ ਦੇ ਨਾਲ ਘਰ ਵੀ ਆ ਕੇ ਕੰਮ ਕਰਵਾਉਣਾ ਵਾ। ਅਤੇ ਇੰਨੇ ਸਾਲ ਹੋ ਗਏ ਸਭ ਚੀਜ਼ਾਂ ਦੇ ਵਿੱਚ। ਠੀਕ ਹੈ, ਦੈਟ ਇਜ਼ ਏ ਗੁੱਡ ਥਿੰਗ। ਹਾਰਡ ਵਰਕਿੰਗ ਇਜ਼ ਏ ਨਾਈਸ ਥਿੰਗ। ਇਹ ਬੜਾ ਤਗੜਾ ਵਰਚੂ ਹੈਗਾ ਤੁਹਾਡੇ ਕੋਲ। ਹੋਰ ਕੁਝ ਮੈਨੂੰ ਦੱਸੋ ਆਪਣੇ ਖਾਣ ਪਾਣ ਰਹਿਣ ਸਹਿਣ ਬਾਰੇ। ਹੋਰ ਸਭ ਠੀਕ ਹੈ ਜੀ, ਬਸ ਇਹ ਹੈ ਕਿ ਸ਼ਾਮ ਨੂੰ ਥਕਾਵਟ ਹੁੰਦੀ ਹੈ ਅਤੇ ਥੋੜ੍ਹਾ ਜਿਹਾ ਮੈਂ ਡਰਿੰਕ ਕਰਦਾ ਹਾਂ। ਹੁਣ ਜਦੋਂ ਉਸਨੇ ਇੰਨੀ ਗੱਲ ਕਹੀ, ਵਾਈਫ ਵਿੱਚ ਇੰਟਰਵੀਨ ਕਰਕੇ ਕਹਿੰਦੀ ਨਹੀਂ ਜੀ ਥੋੜ੍ਹਾ ਜਿਹਾ ਨਹੀਂ ਜੀ, ਬੜੀ ਪ੍ਰੋਬਲਮ ਹੈ। ਹਿਜ਼ ਡਰਿੰਕਿੰਗ ਇਜ਼ ਆਲਸੋ ਏ ਟਰਬਲ। ਹੁਣ ਇਸ਼ੂ ਸਾਹਮਣੇ ਆ ਰਿਹਾ। ਖੈਰ ਬੜੀ ਲੰਮੀ ਚੌੜੀ ਬਾਤ ਹੋਈ, ਕਨਫਰੰਸਟ੍ਰੇਸ਼ਨ ਹੋ ਗਈ ਉੱਥੇ ਕੁਛ ਰੂਪ ਦੇ ਵਿੱਚ। ਅਤੇ ਉਹ ਕਹਿਣ ਲੱਗਾ ਕਿ ਦੱਸੋ ਮੈਂ ਤਾਂ ਕਮਾ ਰਿਹਾ, ਘਰ ਵੀ ਬਣਾ ਰਿਹਾ, ਪਿੱਛੇ ਵੀ ਬਣਾਇਆ, ਫਲਾਂ ਬਣਾਇਆ, ਮੇਰੇ ਤੋਂ ਫਿਰ ਇਸ਼ੂ ਹੈਗਾ, ਮੇਰੇ ਤੋਂ ਫਿਰ ਪ੍ਰੋਬਲਮ ਹੈਗੀ। ਜਿਵੇਂ ਆਮ ਕਰਕੇ ਬੰਦਾ ਜਸਟੀਫਾਈ ਕਰਨ ਦੀ ਟਰਾਈ ਕਰਦਾ ਸਭ ਚੀਜ਼। ਠੀਕ ਹੈ ਜੀ, ਪ੍ਰੋਬਲਮ ਤਾਂ ਉਹਨੂੰ ਹੈ, ਉਹਨੂੰ ਪਤਾ ਨਹੀਂਗਾ ਉਹ ਗੈਂਬਲਿੰਗ ਕਰ ਰਿਹਾ, ਉਹ ਉਜਾੜ ਰਿਹਾ, ਉਹ ਇਸ ਕਿਸਮ ਦੇ ਡਰੱਗਸ ਯੂਜ਼ ਕਰ ਰਿਹਾ। ਕੱਲ੍ਹ ਨੂੰ ਪੁਲਿਸ ਆਏਗੀ, ਕੱਲ੍ਹ ਇਸ ਕਿਸਮ ਦੀ ਚੀਜ਼ ਆਏਗੀ, ਸਾਰੀ ਬਾਤ ਹੋਈ। ਮੈਂ ਕਿਹਾ ਠੀਕ ਹੈ ਜੀ। ਥੋੜ੍ਹਾ ਜਦੋਂ ਠਹਿਰਾਅ ਵਿੱਚ ਆਇਆ, ਮੈਂ ਕਿਹਾ ਕੁਝ ਬੇਸਿਕ ਚੀਜ਼ਾਂ ਤੁਹਾਨੂੰ ਪੁੱਛ ਸਕਦਾ ਹਾਂ ਜੀ। ਦੱਸੋ ਇਹ ਕਿੰਨੇ ਬੱਚੇ ਨੇ ਤੁਹਾਡੇ? ਇੱਕੋ ਲੜਕਾ ਹੈ ਜੀ। ਠੀਕ ਹੈ। ਮੈਂ ਕਿਹਾ ਹੋਪ ਤੁਸੀਂ ਇਹਨੂੰ ਪਿਆਰ ਕਰਦੇ ਹੋਵੋਗੇ ਕਿ ਨਹੀਂ? ਕਹਿੰਦੇ ਜੀ ਪਿਆਰ ਕਰਦੇ ਤਾਂ ਹੀ ਇੱਥੇ ਆ ਕੇ ਬੈਠੇ, ਰੋ ਰਹੇ ਹਾਂ। ਮੈਨੂੰ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ। ਮੈਂ ਤੇ ਪਿੱਛੇ 2-3 ਵਾਰੀ ਐਸਾ ਹੋਇਆ, ਮੈਂ ਤੇ ਰੈੱਡ ਲਾਈਟ 'ਚੋਂ ਟਰੱਕ ਕੱਢ ਗਿਆ। ਇਸ ਤਰ੍ਹਾਂ ਇਸ ਕਿਸਮ ਦੇ ਇਸ਼ੂ ਵੀ ਦੱਸੇ। ਓਕੇ ਠੀਕ ਹੈ, ਸੋ ਤੁਸੀਂ ਬੜਾ ਪਿਆਰ ਕਰਦੇ ਹੋ। ਓਕੇ ਠੀਕ ਹੈ, ਇਹਦਾ ਟਰੀਟਮੈਂਟ ਸ਼ੁਰੂ ਕਰ ਦਿਆਂਗੇ ਆਪਾਂ, ਕੋਈ ਐਸੀ ਗੱਲ ਨਹੀਂ ਹੈ ਵੱਡੀ। ਆਰ ਯੂ ਰੈਡੀ ਟੂ ਪੇ ਦ ਪ੍ਰਾਈਜ਼? ਯਾ ਟੈਲ ਮੀ ਹਾਊ ਮਚ। ਮੈਂ ਕਿਹਾ ਹਰ ਵਕਤ ਹਾਊ ਮਚ ਨਹੀਂ ਹੁੰਦਾ। ਨੋ, ਕੋਈ ਪ੍ਰਾਈਵੇਟ ਰੀਹੈਬਿਲਿਟੇਸ਼ਨ ਸੈਂਟਰ ਤੇ ਹੈ ਨਹੀਂ ਕਿ you can pay 20,000, I can guarantee in next 30 days this person is going to be sober. ਇਹ ਨਹੀਂ ਹੈਗਾ। ਪ੍ਰਾਈਜ਼ ਜ਼ਰੂਰ ਹੈ, ਪ੍ਰਾਈਜ਼ ਟੈਗ ਹੈ ਬੜਾ ਵੱਡਾ ਆ, ਪਰ ਇਹ ਨਹੀਂ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ। ਦੱਸੋ ਫਿਰ ਕੀ ਪ੍ਰਾਈਜ਼ ਕੀ ਹੈ? ਪ੍ਰਾਈਜ਼ ਇਹ ਹੈ, ਅਲਕੋਹਲ ਛੱਡ ਸਕਦੇ ਹੋ? ਉਹ ਖੈਰ ਉਹ ਕਹਿਣ ਲੱਗੇ ਜੀ ਬਸ ਉਹੀ ਗੱਲ ਹੈ, ਇੱਕੋ ਚੀਜ਼ ਫੜ ਲਈ ਤੁਸੀਂ, ਇਹਨੇ ਕਹਿ ਤਾ। ਮੈਂ ਕਿਹਾ ਜੀ ਮੈਂ ਤੁਹਾਨੂੰ ਸਿੰਪਲ ਗੱਲ ਕਰਦਾ ਹਾਂ, ਅਲਕੋਹਲ ਛੱਡ ਸਕਦੇ ਹੋ? ਉਹ ਕਹਿੰਦੇ ਉਹਦੇ ਨਾਲ ਕੀ ਫਰਕ ਪੈ ਜਾਏਗਾ? ਮੈਂ ਛੱਡ ਦਿਆਂਗਾ। ਮੈਂ ਕਿਹਾ ਜੇ ਤੁਸੀਂ ਛੱਡ ਦਿਓਗੇ ਤੇ ਮੈਂ ਤੁਹਾਨੂੰ ਇੱਕ ਸ਼ੋਰਟੀ ਜ਼ਰੂਰ ਦੇਣਾ, ਇਹ ਲੰਬਾ ਸਮਾਂ ਜ਼ਰੂਰ ਹੈ, ਪਰ ਹਾਂ ਤੁਸੀਂ ਉਹਦੇ 'ਚ ਚੇਂਜ ਵੇਖ ਸਕਦੇ ਹੋ। ਉਹ ਖੈਰ ਉਹ ਕਹਿੰਦਾ ਜੀ ਠੀਕ ਹੈ ਜੀ, ਮੈਂ ਇਸ ਤਰੀਕੇ ਨਾਲ। ਮੈਂ ਕਿਹਾ ਗੱਲ ਸੁਣੋ, ਅਜੇ ਨਾ ਛੱਡੋ, ਨਾ ਸੌਂ ਪਾਓ, ਨਾ ਕੁਛ। ਆਈ ਐਮ ਨੋਟ ਪੁਸ਼ਿੰਗ ਯੂ ਟੂ ਡੂ ਦੈਟ। ਟਾਕ ਟੂ ਯੋਰ ਸੈਲਫ। ਜਸਟ ਮੈਂ ਤੁਹਾਨੂੰ ਕੁਝ ਦੇ ਰਿਹਾ ਕਿ ਇਹਦੀ ਲਿਵਰੇਜਸ ਕੀ ਨੇ। ਇਫ ਯੂ ਟੇਕ ਦਿਸ ਸਟੈਪ, what kind of result you can see, ਉਹ ਮੈਂ ਤੁਹਾਨੂੰ ਵਿਖਾ ਦੇਣਾ ਤਸਵੀਰ। ਇੱਕ ਦਿਨ 'ਚ ਤੇ ਨਹੀਂ ਹੋਏਗਾ। ਤੁਸੀਂ ਅੱਜ ਛੱਡੋਗੇ, ਇਹਦੇ ਨਾਲ ਇੱਕ ਵਾਰੀ ਪਰਸਨੈਲਿਟੀ ਬੜੀ ਖਰਾਬ ਹੋਏਗੀ। ਸ਼ਾਮ ਦੇ ਸਮੇਂ ਕਿੱਥੇ ਆਪਣੀ ਮਨਮਰਜ਼ੀ ਹੁੰਦੀ ਸੀ, ਹੁਣ ਹੁੰਦੀ ਨਹੀਂ ਗੀ। ਉਸ ਸਮੇਂ ਕਰੋਗੇ ਕੀ? ਘਰ ਦੇ 'ਚ ਕੁਰਜੋਗੇ, ਲੜੋਗੇ, ਇਹਦੇ ਨਾਲ ਲੜੋਗੇ, ਮੁੰਡਿਆਂ ਨਾਲ ਲੜੋਗੇ ਕਿ ਮੈਂ ਤੇ ਤੇਰੇ ਕਰਕੇ ਆਪਣੀ ਜ਼ਿੰਦਗੀ ਖਰਾਬ ਕਰਤੀ, ਮੈਂ ਤਾਂ ਨਸ਼ਾ ਵੀ ਕਰਦਾ ਸੀ ਉਹ ਵੀ ਛੱਡਤਾ, ਉੱਤੋਂ ਤੂੰ ਹੋਰ ਖਰਾਬ ਕਰੀ ਜਾ ਰਿਹਾ। ਇਹ ਸਭ ਕੁਝ ਕਰੋਗੇ, ਵਰਸ ਹੋ ਜਾਏਗਾ। ਇਹਦੇ ਲਈ ਕੋਈ ਆਪਣੀ ਕੋਈ ਲੇਜਰ ਐਕਟੀਵਿਟੀ ਲੱਭੋ, ਕੋਈ ਦੀ ਰਿਪਲੇਸਮੈਂਟ ਲੱਭੋ, ਕੋਈ ਇਸ ਤਰੀਕੇ ਨਾਲ ਇਹ ਸਾਰਾ ਕਾਰਜ ਕਰੋ। ਅਖੀਰ ਫਿਰ ਉਹ ਗੱਲ ਮੁੱਕੀ ਉਹਦੇ ਤੇ ਉਹ ਕਾਫੀ ਮੈਂ ਪਲਾਨ ਬਣਾ ਕੇ ਦਿਖਾਇਆ ਉਹਨੂੰ, ਤੇ ਉਹ ਕਹਿੰਦਾ ਮੈਂ ਸਾਰਾ ਕੁਝ ਕਰਾਂਗਾ ਪਰ ਮਿਲੇਗਾ ਕੀ? ਮੈਂ ਕਿਹਾ ਮਿਲੇਗਾ ਇਹ, ਹੋ ਸਕਦਾ ਹੈ ਤੂੰ 60-65 ਸਾਲ ਦਾ ਆ, 10-12 ਸਾਲਾਂ 'ਚ ਮਰ ਵੀ ਜਾਏ, ਫੌਤ ਹੋ ਜਾਏ, ਕੁਛ ਹੋ ਜਾਏ, ਬੱਚਾ ਫਿਰ ਵੀ ਅਲਾਈਵ ਹੋਏ ਧਰਤੀ ਦੇ ਉੱਤੇ, ਐਟਲੀਸਟ ਉਹਦੇ ਵਾਸਤੇ ਇੱਕ ਐਗਜ਼ਾਮਪਲ ਹੋਏਗੀ।
ਜੇ ਮੇਰਾ ਫਾਦਰ, ਜੇ ਜਿਹਦਾ ਮੈਂ ਜੈਨੇਟਿਕ ਮੇਕਅਪ ਹਾਂ, ਜੇ ਉਹ ਇਸ ਸਾਰੇ ਚੋਂ ਬਾਹਰ ਨਿਕਲ ਕੇ ਤੇ ਇਹੋ ਜਿਹੀ ਜ਼ਿੰਦਗੀ ਜੀ ਕੇ ਵਿਖਾ ਸਕਦਾ ਹੈ, ਮੈਂ ਕਿਉਂ ਨਹੀਂ? ਆ ਯੂਨੀਕ ਚੀਜ਼ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ ਨੇ, ਆਪ ਜਪੋ ਅਵਰਹਿ ਨਾਮ ਜਪਾਓ, ਸੁਨਤ ਕਹਿਤ ਰਹਿਤ ਗਤ ਪਾਵੋ। ਸੁਖਮਨੀ ਸਾਹਿਬ ਆਪਨੇ ਸ਼ਬਦ ਪੜ੍ਹਿਆ ਹੋਇਆ ਕਦੇ ਰਚਨਾ 'ਚ। ਆਪ ਜਪੋ ਅਵਰਹਿ ਨਾਮ ਜਪਾਓ, ਆਪ ਜਪਣਾ, ਹੋਰਾਂ ਨੂੰ ਜਪਾਉਣਾ ਹੈ। ਸੁਨਤ ਕਹਿਤ ਰਹਿਤ ਗਤ ਪਾਓ। ਇਹ ਜਿਹੜੀ ਗਤੀ ਹੈ ਨਾ, ਇਹ ਜਿਹੜਾ ਜੀਵਨ ਦਾ ਕਲਿਆਣ ਆ, ਇਹ ਮਲਟੀਪਲ ਲੈਵਲ ਤੇ ਹੈਗਾ। ਬੰਦਾ, ਜਿਵੇਂ ਸਪੋਜ਼ ਅੱਜ ਹੀ ਕੋਈ ਮੇਰੀ ਬਾਤ ਹੋ ਰਹੀ ਸੀ, ਕਿਸੇ ਦੇ ਨਾਲ ਗੱਲ ਹੋ ਰਹੀ ਸੀ ਰਜਨੀਸ਼ ਦੀ, ਓਸ਼ੋ। ਮਤਲਬ ਮੇਰੇ ਖਿਆਲ ਦੇ ਵਿੱਚ ਇੰਨਾ ਜੀਨੀਅਸ ਬੰਦਾ, ਸਕਾਲਰ ਬੰਦਾ, ਕਿਤਨਾ ਕੁਛ ਉਹਨੇ ਬੋਲਿਆ, ਲਿਖਿਆ ਤੇ ਲੋਕਾਂ ਨੇ ਉਹਦੇ ਵਾਸਤੇ ਬੋਲਿਆ ਤੇ ਉਹ ਨਹੀਂ ਹੈਗਾ ਸਭ, ਪਰ ਕਮਾਲ ਦੀ ਉਹਦੀ ਪ੍ਰੈਜੈਂਟੇਸ਼ਨ, ਸਭ ਚੀਜ਼ਾਂ। ਜੇ ਬੰਦਾ ਉਹ ਕਿਤਾਬ 'ਚ ਪੜ੍ਹ ਲੈਂਦਾ, ਜਿਹੜੇ ਉਹ ਪ੍ਰੈਜੈਂਟ ਕਰਦੇ ਆ, ਉਹ ਸੁਣ ਲੈਂਦਾ, ਬੰਦਾ ਕਹਿੰਦਾ ਵੀ ਕਮਾਲ, ਅਗਲੇ ਜਹਾਨ ਦੀਆਂ ਗੱਲਾਂ ਨੇ, ਕੋਈ ਛੋਟੀ ਗੱਲ ਨਹੀਂ ਹੈ। ਬੜਾ ਫਿਲਾਸਫਰ ਹੈ ਵੱਡਾ, ਬੜਾ ਤਾਰਕਿਕ ਹੈ ਵੱਡਾ, ਸਭ ਚੀਜ਼ਾਂ। ਪਰ ਸਾਰੀਆਂ ਚੀਜ਼ਾਂ ਦਾ ਜਿੱਥੇ ਨਿਚੋੜ ਕੱਢੋ, ਲੱਭੋ ਲੱਭਾ, ਪ੍ਰੈਕਟੀਕਲੀ ਕੁਛ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਹੈ। ਗੱਲਾਂ ਬਾਤਾਂ ਨਾਲ ਕੁਛ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਤੁਸੀਂ ਆਪ ਉਸ ਰੂਪ ਵਿੱਚ ਨਹੀਂ ਢਲਦੇ। ਹੁਣ ਸੰਸਾਰ ਵਾਸਤੇ, ਸਮਾਜ ਵਾਸਤੇ ਇਹੋ ਜਿਹੀਆਂ ਬਾਤਾਂ ਕਰਨੀਆਂ ਕਿ ਸੰਸਾਰ ਸਮਾਜ ਜਿਹੜਾ ਹੈਗਾ, ਇਹਦਾ ਬੰਧਨ ਨਹੀਂ ਕਰਨਾ, ਇਹਦੀ ਪਕੜ ਨਹੀਂ ਕਰਨੀ, ਇਹ ਸਭ ਕੁਝ ਨਹੀਂ ਕਰਨਾ। ਤੇ ਆਪਣੇ ਵਾਸਤੇ ਹੋਏ ਕਿ 90 ਰੋਲਸ ਰॉय ਕਾਰਾਂ ਰੱਖੀਆਂ ਹੋਣ। ਕਿਆ ਜਾਏ, ਦੁਨੀਆ ਦੇ ਸਭ ਧਰਮ ਕਲਟ ਨੇ, ਆਪਣੇ ਵਾਸਤੇ ਇੱਕ ਨਵੀਂ ਉਸ ਕਿਸਮ ਦੀ ਦੁਨੀਆ। ਇਹ that is totally, ਇਹ ਤਾਂ ਬਿਲਕੁਲ ਵੱਖਰਾ ਹੋ ਗਿਆ। ਆਪ ਜਪੋ, ਉਸ ਤਰੀਕੇ ਦੇ ਵਿੱਚ ਆਪਣੇ ਜੀਵਨ ਨੂੰ ਢਾਲੋ, ਫਿਰ ਅਵਰਹਿ ਨਾਮ ਜਪਾਓ, ਹੋਰਾਂ ਲਈ ਪ੍ਰੇਰਨਾ ਬਣੋ, ਇਨਸਪੀਰੇਸ਼ਨ ਬਣੋ। ਤੇ ਸੰਸਾਰ ਜਿਹੜਾ ਹੈ, ਇਹ ਸਭ ਚੀਜ਼ਾਂ ਜਾਣਦਾ ਆ। ਅਸੀਂ ਤੇ, ਮੈਂ ਤੇ ਜੇ ਮਾਡਰਨ ਸਟੱਡੀ ਦੀ ਬਾਤ ਕਰਾਂ ਤੇ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਘਟ ਘਟ ਕੇ ਪਟ ਪਟ ਕੀ ਜਾਣ ਹੈ। ਉਹ ਤੇ ਜਿਹੜਾ ਹੈਗਾ, ਭਲੇ ਬੁਰੇ ਕੀ ਪੀਰ ਪਛਾਨੈ, ਚੀਟੀ ਤੇ ਕੁੰਚਰੇ ਸਥੂਲਾ। ਕੀ ਲੁਕਿਆ ਉਹਦੇ ਕੋਲੋਂ? ਕੌਣ ਭਲਾ ਹੈ, ਕੌਣ ਬੁਰਾ ਹੈ, ਸਭ ਪਤਾ ਉਹਨੂੰ। ਘਟ ਘਟ ਕੇ ਪਟ ਪਟ ਕੀ, ਹਿਰਦੇ ਘਰ ਦੇ ਅੰਦਰ ਦੀਆਂ ਸੱਥਾਂ ਵਿੱਚ ਜੋ ਚੱਲਦਾ ਉਹਦੀ ਮੌਜੂਦਗੀ ਹੈ। ਤੇ ਘਰਾਂ 'ਚ ਬਾਤ ਕੀਤੀ ਜਾਂਦੀ ਹੈ, ਦਰਵਾਜ਼ੇ ਬੰਦ ਕਰਕੇ ਅੰਦਰ ਮਾਂ ਬਾਪ ਲੜਦੇ ਨੇ, ਬੱਚੇ ਟੀਵੀ ਦੇਖ ਰਹੇ ਨੇ, ਸੁੱਤੇ ਨੇ, ਬਾਹਰ ਨੇ। what do you think? they don't know anything, they're very emotionally intelligent, they know everything, ਸਭ ਪਤਾ ਹੈ, ਅੰਦਰੋਂ ਬਾਹਰੋਂ ਇੱਕੋ ਜੋ। ਜੇ ਜਿੱਥੇ ਉਹਨਾਂ ਨੂੰ ਹੁੰਦਾ ਹੋਇਆ ਵੇਖਣਾ ਚਾਹੁੰਦੇ ਹੋ, ਸਰਲ ਭਾਵ ਕਰ ਦੇਣਾ। ਸੁਣੋ, ਪ੍ਰਿੰਸੀਪਲ ਹਰਭਜਨ ਸਿੰਘ ਗੱਲ ਕਿਆ ਕਰਦੇ ਸੀਗੇ, ਜੇ ਕਿਸੇ ਨੇ ਮਿਲਣਾ ਆ ਕੇ, ਜੀ ਮੇਰੇ ਬੱਚੇ ਨੂੰ ਅਸੀਸ ਦਿਓ, ਤੁਸੀਂ ਇੰਨੇ ਹਾਈਲੀ ਇੰਟੈਲੈਕਚੁਅਲ ਬੰਦੇ ਹੋ, ਗੁਰਮੁਖ ਬੰਦੇ ਹੋ, ਗੁਰਮਤੀਏ ਹੋ, ਹਾਈਲੀ ਐਜੂਕੇਟਡ ਵੀ ਬੰਦਾ ਤੇ ਗੁਰਮਤ 'ਚ ਪੂਰਾ ਉਤਰਿਆ ਹੋਇਆ, ਆਲਮੀ ਵਿਦਵਾਨ ਤੇ ਬਿਲਕੁਲ ਗੁਰਮਤ ਦਾ ਤਾਰਨੀ। ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖ ਦਿਓ, ਇਹਨੂੰ ਅਸੀਸ ਦੇ ਦਿਓ, ਇਹਨੂੰ ਆਸ਼ੀਰਵਾਦ ਦੇ ਦਿਓ। ਉਹਨਾਂ ਕਹਿਣਾ, ਅੱਛਾ ਇਹ ਕਿੰਨੇ ਸਾਲ ਦਾ ਆ, ਕਿੰਨੇ ਸਾਲ ਦੀ ਬੱਚੀ ਹੈ? ਉਹ ਕਹਿਣਾ ਜੀ 5 ਸਾਲ ਦਾ, 10 ਸਾਲ ਦਾ। ਠੀਕ ਹੈ, ਇਹਨੂੰ 25 ਸਾਲ ਬਾਅਦ ਕੀ ਬਣਿਆ ਵੇਖਣਾ ਚਾਹੁੰਦੇ ਹੋ? ਦੱਸੋ ਮੈਨੂੰ, ਮੈਂ ਅਰਦਾਸ ਕਰਦਾ ਤੁਹਾਡੇ ਵਾਸਤੇ। ਜੀ 25 ਸਾਲ ਬਾਅਦ ਜੀ ਇਹ ਡਾਕਟਰ ਬਣ ਜੇ। ਕਿਹੋ ਜਿਹਾ ਡਾਕਟਰ ਬਣੇ? ਸ਼ਰਾਬੀ ਹੋਏ ਡਾਕਟਰ, ਕਬਾਬੀ ਹੋਏ, ਨਸ਼ੇੜੀ ਹੋਏ, ਤੁਹਾਨੂੰ ਭੁੱਲ ਗਿਆ ਹੋਏ? ਨਹੀਂ, ਐਵੇਂ ਦਾ ਨਹੀਂ, ਚੰਗਾ ਇਨਸਾਨ। ਅੱਛਾ, ਚੰਗਾ ਇਨਸਾਨ ਬਣਾਉਣਾ ਚਾਹੁੰਦੇ, ਸਿੱਖ ਵੀ ਬਣਾਉਣਾ ਚਾਹੁੰਦੇ ਆ। ਇਹ ਵੀ ਚਾਹੁੰਦੇ ਹੋ ਤੁਹਾਨੂੰ ਪਿਆਰ ਕਰੇ, ਤੁਹਾਡੇ ਪਰਿਵਾਰ 'ਚ ਰਹੇ? ਹਾਂ, ਉਹ ਸਭ ਚੀਜ਼ਾਂ ਵੀ ਚਾਹੁੰਦੇ ਆ। ਠੀਕ ਹੈ, 25 ਸਾਲ ਬਾਅਦ ਇਹਨੂੰ ਇਹ ਵੇਖਣਾ ਚਾਹੁੰਦੇ? ਹਾਂ, ਵੇਖਣਾ ਚਾਹੁੰਦੇ ਆ। ਠੀਕ, ਜੋ 25 ਸਾਲ ਬਾਅਦ ਇਹਨੂੰ ਵੇਖਣਾ ਚਾਹੁੰਦੇ ਹੋ, ਅੱਜ ਆਪ ਬਣ ਜਾਓ। 25 ਸਾਲ ਬਾਅਦ ਇਹ ਉਵੇਂ ਦਾ ਬਣ ਜਾਏਗਾ। ਬਹੁਤ ਸਿੰਪਲ ਹੈ। ਆਪ ਜਪੋ ਅਵਰਹਿ ਨਾਮ ਜਪਾਓ। ਬੰਦਾ ਅਹਿਸਾਸ ਇਹ ਕਰ ਰਿਹਾ ਆ, ਮਾਫੀ ਚਾਹਾਂਗਾ ਮੈਂ, ਬੱਚਿਆਂ ਦੀ ਕਾਉਂਸਲਿੰਗ ਕਰਦੇ ਹਾਂ ਅਸੀਂ, ਬੱਚੇ ਵੱਡੇ ਲੈਵਲ ਤੇ ਪੈਰੈਂਟਲ ਕਾਉਂਸਲਿੰਗ ਦੀ ਲੋੜ ਹੈ। ਵੀ ਆਰ ਮਿਸਿੰਗ ਅ ਲਾਟ, ਕਿਉਂਕਿ ਸਾਡੇ ਵਿੱਚੋਂ, ਸੁਸਾਇਟੀ ਦੇ ਵਿੱਚੋਂ ਰਿਫਲੈਕਟ ਹੋਣੀਆਂ ਨੇ ਚੀਜ਼ਾਂ ਸਾਰੇ ਦੀਆਂ ਸਾਰੀਆਂ।
ਗੁਰੂ ਬਾਬਾ ਜੀ ਕਹਿੰਦੇ ਭਗਤੀ ਇਹ ਹੈ, ਆਪ ਕਰੇ ਹੋਰਾਂ ਨੂੰ ਕਰਨ ਵਾਸਤੇ ਪ੍ਰੇਰੇ, ਮਾਹੌਲ ਬਣਾਏ ਉਹੋ ਜਿਹਾ, ਉਸ ਲੈਵਲ ਤੇ ਲੈ ਕੇ ਆਵੇ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਬਾਤ ਕੀਤੀ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ। ਤੇ ਆਪਣੀ ਭਗਤੀ ਕੀ ਹੈ? ਅਵਰਾ ਭਗਤ ਕਰਾਵਣਿਆ। ਜਿਹੋ ਜੀ ਭਗਤੀ ਤੁਸੀਂ ਕਰਾਉਣੇ ਚਾਹੁੰਦੇ ਹੋ, ਉਹੋ ਜਿਹੇ ਭਗਤ ਆਪ ਹੋ ਜਾਓ, ਤਾਂ ਕਿ ਉਹ ਭਗਤੀ ਹੋ ਸਕੇ, ਪ੍ਰੈਕਟੀਕਲੀ ਉਹ ਪੋਸੀਬਲ ਹੋਵੇ, ਉਹ ਮੁਯੱਸਰ ਹੋ ਸਕੇ। ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ। ਇਹੋ ਜਿਹੇ ਭਗਤਾਂ ਨੂੰ ਮੈਂ ਸਦਾ ਨਮਸਕਾਰ ਕਰਦਾ, ਮੈਂ ਮੱਥਾ ਟੇਕਦਾ, ਮੈਂ ਉਹਨਾਂ ਨੂੰ, ਜਿਹਨੂੰ ਅਸੀਂ ਕਹਿੰਦੇ ਨਾ ਬਰਾਵੋ, ਮੈਂ ਉਹਨਾਂ ਨੂੰ ਸਲਾਮ ਕਰਦਾ, ਜਿਹੜੇ ਇਸ ਰਾਹ ਦੇ ਰਾਗੀਰ ਨੇ। ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ। ਜੋ ਅਨਦਿਨ ਰਾਤ ਦਿਨ ਹਰੀ ਦਾ ਗੁਣਗਾਨ ਗਾਉਂਦੇ ਕਰਦੇ ਨੇ, ਗੁਣਗਾਨ ਕਰਦੇ ਆ, ਕਰਾਉਂਦੇ ਨੇ। ਇਹਦੇ ਮਾਇਨੇ ਥੋੜੇ ਇਸ ਤਰ੍ਹਾਂ ਵੀ ਲੈ ਲੈਣਾ, ਜਿਹੜੀ ਹਿਊਮੈਨਿਟੀ ਹੈ ਇਹ ਗੁਣਾਂ ਦੇ ਵਿੱਚ ਹੀ ਵੱਧਦੀ ਹੈ। ਜਿਵੇਂ ਜਿਵੇਂ ਜੀਵਨ ਵਿੱਚ ਗੁਣ ਘਟਦੇ ਨੇ, ਗੁਣਾਤਮਕ ਪੱਖ ਬੰਦੇ ਦਾ ਡਾਊਨ ਜਾਂਦਾ ਹੈ। ਦੁੱਖ, ਜਿਵੇਂ ਸਪੋਜ਼ ਕਰੋ ਇੱਕ ਬੰਦਾ ਆਇਆ, ਉਹਦਾ ਫੂਡ ਇਨਟੇਕ ਠੀਕ ਨਹੀਂ ਹੈਗਾ, ਮਤਲਬ ਫੂਡ ਇਨਟੇਕ ਇਹੋ ਜਿਹਾ, ਜਾਂ ਬਹੁਤਾ, ਜਿਵੇਂ ਪਿੱਤੇ ਕੱਲ ਵੀ ਗੱਲ ਹੋ ਰਹੀ ਸੀ, ਬਹੁਤਾ ਸਾਲਟੀ ਖਾ ਰਿਹਾ, ਸ਼ੂਗਰੀ ਖਾ ਰਿਹਾ, ਗਰੀਸੀ ਖਾ ਰਿਹਾ, ਤਲਿਆ ਖਾ ਰਿਹਾ, ਸਭ ਚੀਜ਼ਾਂ ਬਈ ਐਕਚੁਅਲੀ ਡਾਊਨ ਦ ਰੋਡ ਕੁਝ ਚੀਜ਼ਾਂ ਵੇਟ ਕਰ ਰਹੀਆਂ ਨੇ। ਜਿਹੜੀ ਹੈ ਡਾਇਬਟੀਜ਼ ਵੇਟ ਕਰ ਰਹੀ ਹੈ, ਹਾਈ ਯੈਲੋ ਬਲੱਡ ਪ੍ਰੈਸ਼ਰ ਵੇਟ ਕਰ ਰਿਹਾ ਹੈਗਾ, ਕੁਝ ਹੋਰ ਇਸ਼ੂਜ਼ ਜਿਹੜੇ ਨੇ ਡੈਫੀਨਿਟਲੀ ਓਬੇਸਿਟੀ ਵੇਟ ਕਰ ਰਹੀ ਹੈ। ਇਹ ਸਭ ਚੀਜ਼ਾਂ ਔਨ ਦਾ ਵੇ ਨੇ। ਬੰਦਾ ਆਪ ਅਹਿਸਾਸ ਕਰੇ ਕਿ ਜੇ ਆਹ ਚੀਜ਼ਾਂ ਹੋ ਰਹੀਆਂ ਨੇ, ਡੈਫੀਨਿਟਲੀ ਦਾ ਐਂਡ ਰਿਜ਼ਲਟ ਕੀ ਹੋਏਗਾ। ਜੇ ਜੀਵਨ ਵਿੱਚ ਗੁਣ ਘਟ ਰਹੇ ਨੇ, ਬੰਦੇ ਨੂੰ ਝੂਠ ਬੋਲਣ ਦੀ ਆਦਤ ਪੈ ਰਹੀ ਹੈ, ਬੰਦਾ ਪੈਰ ਪੈਰ ਤੇ ਆਲੇ ਦੁਆਲੇ ਗੁੱਸਾ ਵਿਖਾ ਰਿਹਾ ਹੈ, ਫਰਸਟ੍ਰੇਸ਼ਨ ਆ, ਧੋਖਾ ਦੇ ਰਿਹਾ ਆ, ਬੇਈਮਾਨੀ ਕਰ ਰਿਹਾ ਆ, ਅਖੀਰ ਜ਼ਿੰਦਗੀ ਬਰਬਾਦੀ ਤਬਾਹੀ ਤੋਂ ਬਿਨਾਂ ਕੁਛ ਵੀ ਨਹੀਂ। ਸੁੱਖ ਸਕੂਨ ਹੈ ਈਮਾਨਦਾਰ ਹੋਣ ਵਿੱਚ, ਸੁੱਖ ਸਕੂਨ ਹੈ ਸਚਿਆਰ ਹੋਣ ਵਿੱਚ, ਸੁੱਖ ਸਕੂਨ ਹੈ ਜੀਵਨ ਦੇ ਵਿੱਚ ਕਿਸੇ ਦੇ ਮਦਦਗਾਰ ਬਣਨ ਵਿੱਚ, ਕਿਸੇ ਨਾਲ ਈਰਖਾ ਦੁਆਇ ਕਰਕੇ, ਸਾੜੇ ਕਰਕੇ ਉਸ ਦਾ ਨੁਕਸਾਨ ਕਰਨ ਵਿੱਚ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਜਿਹਦੇ 'ਚ ਇਹੋ ਜਿਹੇ ਗੁਣ ਆ ਜਾਣ, ਤੇ ਇਹੋ ਜਿਹੇ ਗੁਣਾਂ ਦਾ ਗਾਇਨ ਕਰਨਾ ਪੈਂਦਾ। ਮਨ ਦੀ ਤੇ ਬੜੀ ਬੁਰੀ ਹਾਲਤ ਹੈ ਜੀ। ਮਨ ਬਾਰੇ ਤੇ ਕਹਿੰਦਾ, ਮਨ ਲੋਚੈ ਬੁਰਿਆਈਆਂ। ਇਹ ਸ਼ਬਦ ਅੱਗੇ ਜਾ ਕੇ ਮਨ ਦੀ ਗੱਲ ਕਰੇਗਾ, ਜਿਸ ਸਾਨੂੰ ਕਈ ਵਾਰੀ ਸਮਝ ਵੀ ਨਹੀਂ। ਇਹ ਬੁਰਾਈਆਂ ਲੋਚਦਾ, ਪਰ ਜੇ ਇਹਨੂੰ ਵਾਰ-ਵਾਰ ਹੋੜੀਏ, ਇਹਨੂੰ ਵਾਰ-ਵਾਰ ਰੋਕੀਏ, ਉਸ ਪਾਸੇ ਜਾਣ ਤੋਂ ਰੋਕਾਂਗੇ ਕਿਵੇਂ? ਇਹੋ ਜਿਹਾ ਗੁਣਗਾਨ ਕਰਾਂਗੇ, ਬਾਣੀ ਪੜਾਂਗੇ, ਅਰਦਾਸ ਕਰਾਂਗੇ, ਨਿਤਨੇਮ ਕਰਾਂਗੇ, ਸੰਗਤ ਕਰਾਂਗੇ, ਇਹਦਾ ਪ੍ਰਭਾਵ ਪਏਗਾ। ਇਹ ਰਹਾਉ ਦਾ ਬੰਦਾ ਹੈਗਾ। ਸ਼ੁਰੂਆਤੀ ਬੰਦ ਇਸ ਪਾਵਨ ਸ਼ਬਦ ਦਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ। ਆਤਮ ਰਾਮ ਪ੍ਰਗਾਸ, ਲੱਕੜ ਦੇ ਵਿੱਚ ਅੱਗ ਆ, ਪਰ ਪ੍ਰਗਟ ਕਰਨੀ ਪੈਂਦੀ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀਗਾ ਕਿ ਚੇਤੇ ਰੱਖਿਆ ਜੇ, ਜਿਹੜਾ ਹੈਗਾ ਜਿੰਨੀ ਵੀ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਜਿੰਨਾ ਦੁੱਧ ਦਾ ਪ੍ਰੋਡਕਟ ਆ, ਆਪਨੇ ਕਦੀ ਉਹ ਸਾਖੀ ਸੁਣੀ ਹੋਏ ਸ਼ਾਇਦ ਗੁਰੂ ਨਾਨਕ ਸਾਹਿਬ ਜੀ ਦੀ, ਜਦੋਂ ਬਾਬਾ ਜੀ ਪੀਰੇ ਦਸਤਗੀਰ, ਪੀਰੇ ਬਗਦਾਦ ਨੂੰ ਮਿਲਦੇ ਨੇ ਜਾ ਕੇ, ਬਗਦਾਦ ਸ਼ਹਿਰ ਦੇ ਵਿੱਚ, ਤੇ ਗੁਰੂ ਬਾਬਾ ਜੀ ਦਾ ਅਦਬ ਕਰਨ ਵਾਸਤੇ ਆਪ ਗੁਰੂ ਸਾਹਿਬ ਨੂੰ ਲੈਣ ਲਈ ਆਉਂਦਾ ਹੈਗਾ। ਹੁਣ ਦਾ ਤੇ ਪਤਾ ਨਹੀਂ, ਜਿਨ੍ਹਾਂ ਨੇ ਪਹਿਲਾਂ ਕਿਤੇ ਬਗਦਾਦ ਸ਼ਹਿਰ ਨੂੰ ਵਿਜ਼ਿਟ ਕੀਤਾ ਹੈ, ਜਦੋਂ ਸੱਦਾਮ ਦਾ ਰਜ਼ੀਮ ਸੀਗਾ, ਉਦੋਂ ਉਸ ਵਕਤ ਕੁਝ ਸੱਜਣਾ ਨੇ ਮੈਨੂੰ ਦੱਸਿਆ ਕਿ ਉਹ ਗੁਰਦੁਆਰਾ ਸ਼ਮਸ਼ਾਨ ਘਾਟ ਦੇ ਵਿੱਚ ਸੀਗਾ। ਹੁਣ ਜਦੋਂ ਵੱਡਿਆਂ ਵੀ ਕੀਤਾ, ਤੇ ਆਲੇ ਦੁਆਲਿਓਂ ਜਿਹੜੀਆਂ ਕੁਝ ਕਬਰਾਂ ਦੀ ਜਗ੍ਹਾ ਜਿਹੜੀ ਹੈ, ਉਹ ਸੱਦਾਮ ਨੇ ਆਪ ਜਿਹੜਾ ਹੈਗਾ ਅਲਾਓ ਕਰਕੇ ਚੁਕਾਈ ਉੱਥੋਂ, ਤੇ ਉਸ ਤੋਂ ਬਾਅਦ ਕੁਝ ਵੱਡਾ ਕੀਤਾ। ਅਦਰਵਾਈਜ਼ ਪਹਿਲਾਂ ਬਹੁਤ ਛੋਟੀ ਜਿਹੀ ਜਗ੍ਹਾ ਸੀਗੀ। ਜੇ ਤਵਾਰੀਖ ਵਿੱਚ ਪੜ੍ਹਦੇ ਆ, ਤੇ ਉਸ ਨਗਰੀ ਦੇ ਵਿੱਚ ਜਿੱਥੇ ਰਾਗ ਪੜ੍ਹਨਾ, ਸਾਜ਼ ਵਜਾਉਣਾ, ਇਹੋ ਜਿਹੀ ਬਾਤ ਕੋਈ ਵੀ ਕਰਨੀ, ਉਹਨੂੰ ਸੰਗਸਾਰ ਪੱਥਰ ਮਾਰ ਕੇ ਮਾਰ ਦਿੰਦੇ ਸੀਗੇ। ਤੇ ਗੁਰੂ ਬਾਬਾ ਜੀ ਸ਼ਮਸ਼ਾਨ ਵਿੱਚ ਹੀ ਜਾ ਕੇ ਬੈਠ ਗਏ, ਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਮੜੀਆਂ ਦੇ ਵਿੱਚ ਇੱਥੇ, ਜਦੋਂ ਮੜੀਆਂ ਵਿੱਚ ਬੈਠ ਕੇ ਚੜ੍ਹਦੀ ਸਵੇਰ ਜਦੋਂ ਆਸਾ ਕੀ ਵਾਰ ਲਗਾਈ, ਕੀਰਤਨ ਹੋਇਆ, ਤੇ ਉਹ ਨਗਰੀ 'ਚ ਰੌਲਾ ਪੈ ਗਿਆ ਵੀ ਕੋਈ ਹਿੰਦਕਾ ਪੀਰ ਲੱਗਦਾ ਆ, ਜਿਹਦੀ ਜ਼ਬਾਨ ਦੇ ਵਿੱਚ ਹਿੰਦਕਾ ਰੰਗ ਆ, ਕਿਉਂਕਿ ਉਹ ਗੁਰੂ ਜਿਹੜਾ ਹੈਗਾ ਪੰਜਾਬੀ ਜ਼ਬਾਨ ਦੇ 'ਚੋਂ ਅੱਖਰਾਂ ਦੇ 'ਚੋਂ ਬਾਤ ਆ ਰਹੀ ਹੈ। ਤੇ ਬੜੀ ਅਲਾਹੀ ਆਵਾਜ਼ ਤੇ ਬੜਾ ਆਵਾਹੀ ਅਲਾਹੀ ਕੋਈ ਨਗਮਾ ਗਾਇਆ ਉਸਨੇ, ਜਿਸਨੇ ਮਾਹੌਲ ਨੂੰ ਇੱਕਦਮ ਸ਼ਾਂਤ ਚਿੱਤ ਕਰ ਦਿੱਤਾ ਆ। ਆਲੇ ਦੁਆਲੇ ਜੋ ਚਰਚਾ, ਕੁਝ ਰੱਬੀ ਜਿਹੜੇ ਵਣਜਾਰੇ ਸੀ ਉਹ ਆ ਗਏ, ਕੁਝ ਕੱਟੜਵਾਦੀ ਲੋਕਾਂ ਨੇ ਹੋਰ ਜ਼ਿਆਦਾ ਰੌਲਾ ਪਾਤਾ ਵੀ ਉਹ ਕਿਸੇ ਨੇ ਅੱਜ ਜਿਹੜਾ ਹੈਗਾ ਚੜ੍ਹਦੀ ਸਵੇਰ
ਸਾਜ਼ ਵਜਾ ਦਿੱਤਾ ਹੈ ਤੇ ਇਹ ਤੇ ਬੜਾ ਵੱਡਾ ਗੁਨਾਹ ਆ। ਸੋ ਚਲੋ ਉਹਨੂੰ ਸਜ਼ਾ ਦਈਏ, ਸੰਗਸਾਰ ਕਰੀਏ, ਪੱਥਰ ਹੱਥ 'ਚ ਫੜ ਕੇ ਪੱਥਰ ਮਾਰ ਦਈਏ, ਉਹਨੂੰ ਮਾਰ ਦਈਏ। ਉੱਥੇ ਹੀ ਪੀਰੇ ਦਸਤਗੀਰ ਦਾ ਕੋਈ ਸ਼ਾਗਿਰਦ ਸੀਗਾ, ਉਹਨੇ ਉਹ ਸਾਰੀ ਬਾਤ ਸੁਣੀ। ਉਹ ਫਿਰ ਦੌੜਦਾ ਹੋਇਆ ਆਪਣੇ ਪੀਰ ਕੋਲ ਗਿਆ ਤੇ ਪੀਰ ਨੂੰ ਜਾ ਕੇ ਕਹਿੰਦਾ, ਪੀਰ ਸਾਹਿਬ, ਜਿਸ ਤੁਸੀਂ ਉਸ ਹਿੰਦ ਕੇ ਪੀਰ ਦੀਆਂ ਗੱਲਾਂ ਸਾਨੂੰ ਸੁਣਾਉਂਦੇ ਸੀ ਨਾ, ਮੁਰਸ਼ਦ ਦੀਆਂ, ਗੁਰੂ ਸਾਹਿਬ ਦੀਆਂ, ਉਹ ਮੇਰੇ ਖਿਆਲ ਆ ਗਿਆ ਸ਼ਹਿਰ ਦੇ ਵਿੱਚ। ਮੈਂ ਉੱਥੇ ਇੱਕ ਤਰਾਨਾ ਸੁਣ ਕੇ ਆਇਆ, ਮੈਨੂੰ ਸਮਝ ਤੇ ਨਹੀਂ ਲੱਗਾ, ਪਰ ਉਹਦੀ ਜਿਹੜੀ ਤਾਬ ਹੈ ਮੇਰੇ ਤੱਕ ਅਜੇ ਤੱਕ ਵੀ ਜ਼ਿਹਨ ਵਿੱਚ ਆ। ਪਰ ਸਾਡੇ ਜਾਣ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਅਸੀਂ ਮਿਲ ਨਹੀਂ ਸਕਾਂਗੇ ਉਹਨੂੰ, ਕਿਉਂਕਿ ਸ਼ਹਿਰ ਉਹਨੂੰ ਸੰਗਸਾਰ ਕਰਨ ਵਾਸਤੇ ਤੁਰਿਆ ਜਾਂਦਾ, ਪੱਥਰ ਚੱਕ ਕੇ ਲੋਕ ਮੈਂ ਆਪ ਜਾਂਦੇ ਵੇਖੇ ਨੇ ਹੱਥਾਂ 'ਚ। ਫਿਰ ਉਹ ਜਿਹੜਾ ਆ ਉਹ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਕਹਿੰਦੇ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਜਦੋਂ ਹਾਲਤ ਬਣੀ, ਉਹ ਫਿਰ ਪੀਰ ਨੰਗੇ ਪੈਰ ਬਗਦਾਦ ਸ਼ਹਿਰ ਦੀਆਂ ਗਲੀਆਂ 'ਚੋਂ ਭੱਜਦਾ ਆ। ਹੋ ਇਹ ਗੁਨਾਹ ਨਾ ਕਿਤੇ ਹੋ ਜਾਏ। ਜਦੋਂ ਉੱਥੇ ਉਹ ਪਹੁੰਚਦਾ ਆ, ਸੁਨ ਮੁਨ ਨਗਰੀ ਸੁੰਨ ਹੋ ਜਾਂਦੀ ਏ। ਇਸ ਪੀਰੇ ਬਗਦਾਦ ਦੇ ਦੀਦਾਰ ਕਰਨ ਵਾਸਤੇ ਵੱਡੇ ਵੱਡੇ ਸ਼ਾਹੀ ਖਾਨਦਾਨ, ਸ਼ਹਿਜ਼ਾਦੇ, ਵੱਡੇ ਵੱਡੇ ਸ਼ਾਹ ਜਿਹੜੇ ਨੇ, ਸ਼ੇਖ, ਉਹ ਕਤਾਰਾਂ 'ਚ ਖੜੇ ਉਡੀਕ ਕਰਦੇ ਨੇ। ਇਹ ਪੀਰ ਕਿਹਨੂੰ ਮਿਲਣ ਵਾਸਤੇ ਇੰਨੀ ਕਾਹਲੀ ਦੇ ਵਿੱਚ ਨੰਗੇ ਪੈਰ ਭੱਜ ਰਿਹਾ ਸ਼ਹਿਰ ਦੇ ਵਿੱਚੋਂ? ਉਦੋਂ ਫਿਰ ਲੋਕ ਸੁੰਨ ਹੋ ਜਾਂਦੇ ਨੇ ਵੀ ਕੁਝ ਵੱਡੀ ਬਾਤ ਹੋਈ ਹੈ। ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਪੀਰ ਐਵੇਂ ਦੌੜ ਰਿਹਾ ਹੈ, ਉਹਨੂੰ ਪੱਥਰ ਭੁੱਲ ਜਾਂਦਾ ਮਾਰਨਾ। ਪੱਥਰ ਉੱਥੇ ਮਤਲਬ ਉਹ ਕਹਿੰਦੇ ਆਪ ਹੀ ਪੱਥਰ ਬਣ ਜਾਂਦੇ ਨੇ। ਉਹ ਫਿਰ ਜਾ ਕੇ ਜਦੋਂ ਗੁਰੂ ਨਾਨਕ ਸਾਹਿਬ ਦਾ ਜਾ ਕੇ ਚੋਗੇ ਨੂੰ ਫੜ ਕੇ, ਚੋਗਾ ਮਤਲਬ ਜਿਹੜਾ ਕੱਪੜਾ ਪਾਇਆ ਹੈਗਾ, ਇਹਦਾ ਫਿਰ ਬੋਸਾ ਲੈਂਦਾ, ਇਹਨੂੰ ਫਿਰ ਇਸ ਤਰੀਕੇ ਨਾਲ ਹੋਠਾਂ ਨਾਲ ਲਾਉਂਦਾ ਹੈ। ਉਹਦਾ ਮਤਲਬ ਹੈ ਮੈਂ ਖੈਰ ਮਕਦਮ ਕਰਦਾ, ਮੈਂ ਜੀ ਆਇਆਂ ਨੂੰ ਕਹਿਣਾ, ਮੈਂ ਤੁਹਾਡਾ ਸਵਾਗਤ ਕਰਦਾ ਇੱਥੇ। ਬੜੀ ਲੰਮੀ ਚੌੜੀ ਬਾਤ ਹੈ, ਜੇ ਸਾਖੀ 'ਚ ਪੜ੍ਹੋ ਸਾਰੀ 'ਚ। ਖੈਰ ਜਿਹੜੀ ਮੌਲਿਕ ਬਾਤ ਮੈਂ ਕਰਦਾ, ਇੱਥੋਂ ਫਿਰ ਉਹ ਬਾਬਾ ਜੀ ਦਾ ਹੱਥ ਫੜ ਕੇ ਆਪਣੀ ਜਿਹੜੀ ਉਹਦੀ ਜਗ੍ਹਾ ਆ ਉੱਥੇ ਲੈ ਕੇ ਜਾਂਦਾ ਹੈ। ਤੇ ਉੱਥੇ ਲਿਜਾ ਕੇ ਉਹ ਸੋਚਦਾ ਆ, ਬੜੇ ਆਪਣੇ ਸਤਿਕਾਰ ਦੇ ਵਜੋਂ ਆਪਣੇ ਜਿਹੜਾ ਹੈਗਾ ਮਹਿਮਾਨ ਸੀਟ ਤੇ ਬਿਠਾਉਂਦਾ ਗੁਰੂ ਨਾਨਕ ਸਾਹਿਬ ਨੂੰ। ਆਪ ਆਪਣੇ ਆਸਣ ਤੇ ਬੈਠਦਾ ਆ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਉਹ ਗੱਲਾਂ ਸ਼ੁਰੂ ਕਰਦਾ ਹੈ। ਆਪਨੇ ਸਾਖੀ ਜ਼ਰੂਰ ਸੁਣੀ, ਪੜ੍ਹੀ ਹੋਈ ਸ਼ਾਇਦ। ਉਹ ਕਹਿੰਦਾ, ਜੀ ਸ਼ੁਕਰ ਹੈ ਤੁਸੀਂ ਆ ਗਏ ਹੋ। ਦੁਨੀਆ ਭਰ ਦੇ ਸਵਾਲੀ ਸਾਡੇ ਕੋਲ ਆਉਂਦੇ ਨੇ ਸਵਾਲ ਲੈ ਕੇ, ਅਸੀਂ ਉਹਨਾਂ ਦਾ ਹੱਲ ਦੱਸਦੇ ਹਾਂ। ਪਰ ਗੁਰੂ ਨਾਨਕ, ਸਾਡੇ ਵੀ ਸਵਾਲ ਨੇ ਜਿਹੜੇ ਕੋਈ ਜਵਾਬ ਨਹੀਂ ਦਿੰਦਾ, ਸਾਡੇ ਸਵਾਲਾਂ ਦਾ ਜਵਾਬ ਤੂੰ ਦੇ। ਬਾਬਾ ਜੀ ਫਿਰ ਕਹਿੰਦੇ ਪੀਰ ਜੀ, ਬਿਨਾਂ, ਜਿਹਨੂੰ ਅਸੀਂ ਕਹਿੰਦੇ ਵਿਦਾਊਟ ਐਨੀ ਹੈਜ਼ੀਟੇਸ਼ਨ, ਬਿਨਾਂ ਕਿਸੇ ਝਿਜਕ ਤੋਂ ਤੁਸੀਂ ਪੁੱਛੋ ਕੀ ਹੈ, ਕੀ ਮਨ ਦੇ ਵਾਵਲੇ ਵੇ ਨੇ। ਤੇ ਉਹ ਕਹਿੰਦਾ ਬਹੁਤ ਸਾਰੀਆਂ ਗੱਲਾਂ ਨੇ ਉਹਦੇ 'ਚ, ਮੈਂ ਇੱਕ ਦੋ ਜਿਹੜੀ ਬਿਆਨ ਕਰਨ ਲੱਗੋ। ਪਹਿਲੀ ਗੱਲ ਤੇ ਹੀ ਪੁੱਛਦਾ ਹੈ, ਕਹਿੰਦਾ ਵੀ ਅਸੀਂ ਮੰਨੇ ਹਾਂ ਵੀ ਖੁਦਾ ਇੱਕ ਆ, ਤੇ ਤੁਹਾਡੇ ਬਾਰੇ ਵੀ ਪਤਾ ਲੱਗਾ ਤੁਸੀਂ ਵੀ ਇੱਕ ਓਂਕਾਰ ਦੀ ਗੱਲ ਕਰਦੇ ਹੋ। ਬਸ ਮੇਰਾ ਬੇਸਿਕ ਜਿਹਾ ਸਵਾਲ ਇਹ ਹੈ, ਇੱਕ ਤੋਂ ਪਹਿਲਾਂ ਕੀ ਹੈ? ਬਸ ਉਸ ਇੱਕ ਖੁਦਾ ਤੋਂ ਪਹਿਲਾਂ ਕਿ ਉਸ ਇੱਕ ਤੋਂ ਪਹਿਲਾਂ ਕੀ, ਮੈਨੂੰ ਇਹ ਦੱਸੋ, ਮੈਨੂੰ ਇਹ ਨਹੀਂ ਸਮਝ ਆ ਰਹੀ। ਬਾਬਾ ਜੀ ਮੁਸਕਰਾ ਕੇ ਕਹਿੰਦੇ, ਦੇਖੋ ਦੋ ਤਰ੍ਹਾਂ ਦੇ ਜਵਾਬ ਹੁੰਦੇ ਨੇ। ਇੱਕ ਹੁੰਦਾ ਹੈ ਸ਼ਬਦ ਪ੍ਰਮਾਣ। ਸਮਟਾਈਮ we try to convince someone with words. ਇਹ ਹਮੇਸ਼ਾ ਇਫੈਕਟਿਵ ਨਹੀਂ ਹੁੰਦਾ। It never actually affect to other at all. ਕਈ ਵਾਰ ਕੀ ਹੁੰਦਾ, ਉੱਥੇ ਤੁਹਾਨੂੰ ਪ੍ਰਤੱਖ ਪ੍ਰਮਾਣ, ਡਾਇਰੈਕਟ ਐਗਜ਼ਾਮਪਲ ਦੇਣੀ ਪੈਂਦੀ ਹੈ। ਇਹ ਐਗਜ਼ਾਮਪਲ ਜਿਹੜੀ ਹੈ, ਇਹ ਜ਼ਿੰਦਗੀ ਦੇ ਵਿੱਚੋਂ, ਆਪਣੇ ਆਲੇ ਦੁਆਲੇ ਵਿੱਚੋਂ ਜੀ ਕੇ ਦੇਣੀ ਪੈਂਦੀ ਹੈ। ਬਾਬਾ ਜੀ ਅਹਿਸਾਸ ਦੇ ਨੇ, ਜੇ ਤੇ ਸ਼ਬਦ ਦੀ ਗੱਲ ਹੁੰਦੀ, ਅੱਖਰਾਂ ਦੀ ਗੱਲ ਹੁੰਦੀ, ਤੇ ਫਿਰ ਤੇ ਪੀਰ ਨੂੰ ਸਮਝ ਆ ਗਈ ਹੁੰਦੀ। ਨਹੀਂ, ਬਾਬਾ ਜੀ ਮੁਸਕਰਾ ਕੇ ਕਹਿੰਦੇ ਪੀਰ ਜੀ, ਚੋਗੇ ਦਾ ਬੋਸਾ ਵੀ ਲਿਆ, ਹੱਥਾਂ ਦੇ ਬੋਸੇ ਵੀ ਲਏ, ਤੇ ਸੁਣਿਆ ਤੇ ਇਹ ਸੀਗਾ ਕਿ ਇਸ ਬਗਦਾਦ ਸ਼ਹਿਰ ਦੀ, ਇਸ ਅਰਬ ਦੇਸ਼ ਦੀ ਰਵਾਇਤ ਆ, ਜੇ ਕੋਈ ਆਵੇ ਆਉਂਦੇ ਨੂੰ ਸਭ ਤੋਂ ਪਹਿਲਾਂ ਕੋਈ ਨਜ਼ਰਾਨਾ ਪੇਸ਼ ਕੀਤਾ ਜਾਂਦਾ, ਭੇਟਾ। ਤੁਸੀਂ ਤੇ ਲੱਗਦਾ ਆਪਣਾ, ਮੈਨੂੰ ਜਾਂ ਸੁਣਨੇ 'ਚ ਕੋਈ ਭੁਲੇਖਾ ਲੱਗਾ, ਜਾਂ ਇਹ ਤੁਸੀਂ ਕਿਸੇ ਤਰੀਕੇ ਦੇ ਨਾਲ ਕੋਈ ਭੁੱਲ ਗਏ ਹੋ। ਉਹ ਇੱਕਦਮ ਪੀਰ ਅਹਿਸਾਸ ਕਰਦਾ, ਕਹਿੰਦਾ ਨਹੀਂ, ਚੰਗਾ ਕੀਤਾ। ਮੈਂ ਤੇ ਜਿਹਨੂੰ ਕਹਿੰਦੇ ਮਿਸਮਰਾਈਜ਼ੇਸ਼ਨ ਹੋ ਜਾਣੀ, ਬੰਦਾ ਇੱਕਦਮ ਭੁੱਲ ਹੀ ਜਾਂਦਾ। ਉਹ ਜਿਵੇਂ
ਸੁੱਧ ਬੁੱਧ ਗਵਾਚ ਜਾਂਦੇ। ਉਹ ਕਹਿੰਦਾ ਜੀ ਮੈਨੂੰ ਅਹਿਸਾਸ ਨਹੀਂ ਸੀਗਾ, ਸ਼ੁਕਰੀਆ ਤੁਸੀਂ ਯਾਦ ਕਰਾ ਦਿੱਤਾ ਮੈਨੂੰ। ਉਸੇ ਵਕਤ ਆਪਣੇ ਬੰਦੇ ਨੂੰ ਆਵਾਜ਼ ਦਿੰਦਾ ਤੇ ਥਾਲੀ ਭਰ ਕੇ ਮੋਤੀਆਂ ਦੀ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖੀ ਜਾਂਦੀ ਹੈ। ਲਓ ਫੜੋ, ਇਹ ਤੁਹਾਡਾ ਜਿਹਨੂੰ ਕਹੀਏ ਦਰਸ਼ਨ ਭੇਟਾ, ਇਹ ਤੁਹਾਨੂੰ ਇੱਕ ਅਸੀਂ ਆਪਣੇ ਵੱਲੋਂ ਛੋਟਾ ਜਿਹਾ ਜਿਹੜਾ ਹੈਗਾ ਨਜ਼ਰਾਨੇ ਅਕੀਦਤ ਅਦਾ ਕਰਦੇ ਹਾਂ। ਤੁਹਾਨੂੰ ਨਜ਼ਰ ਕੀਤਾ, ਅਸੀਂ ਵੇਖਿਆ, ਉਸ ਵੇਖਣ ਦਾ ਅਸੀਂ ਜਿਹੜਾ ਹੈਗਾ ਇਹ ਛੋਟਾ ਜਿਹਾ ਅਸੀਂ ਪ੍ਰਾਈਜ਼ ਕਿਰਪਾ ਕਰਕੇ ਨੂੰ ਸਵੀਕਾਰੋ ਇਸ ਰੂਪ ਦੇ ਵਿੱਚ। ਬਾਬਾ ਜੀ ਉਸ ਮੋਤੀਆਂ ਦੇ ਥਾਲ ਵੱਲ ਧਿਆਨ ਨਾਲ ਵੇਖਦੇ ਨੇ ਤੇ ਵੇਖ ਕੇ ਉਸ ਥਾਲ ਨੂੰ ਆਪਣੇ ਹੱਥ ਦੇ ਨਾਲ ਪੀਰ ਵੱਲ ਨੂੰ ਇਸ ਤਰੀਕੇ ਨਾਲ ਰੇੜਦਿਆਂ ਹੋਇਆਂ, ਉਹਦੇ ਵੱਲ ਨੂੰ ਸਰਕਾਉਂਦਿਆਂ ਹੋਇਆਂ ਕਹਿੰਦੇ ਨੇ, ਪੀਰ ਜੀ ਗਿਣੋ ਤੇ ਸਹੀ, ਪਤਾ ਤੇ ਲੱਗੇ ਤੁਸੀਂ ਸਾਡੇ ਨਜ਼ਰਾਨੇ ਦਾ ਕੀ ਮੁੱਲ ਪਾਇਆ ਹੈ। ਆਖਰਕਾਰ ਪਤਾ ਤੇ ਲੱਗੇ ਕਿੰਨੇ ਤੁਸੀਂ ਮੁੱਲ ਵੀ ਕੀ ਪਾਇਆ ਹੈ। ਤੇ ਹੋ ਸਕਦਾ ਪੀਰ ਦੇ ਮਨ ਵਿੱਚ ਇਹ ਵੀ ਆਇਆ ਹੋਏ ਵੀ ਵਾਕਿਆ ਜੀ ਗੁਰੂ ਨਾਨਕ ਸਾਹਿਬ ਦੀ ਸਤੁਤੀ ਤੇ ਬੜੀ ਸੋਹਣੀ ਹੈ, ਪੀਰੇ ਹਿੰਦ ਹੈ ਤੇ ਬਹੁਤ ਸੱਚ ਰੂਪ ਆ, ਪਰ ਲਾਲਚ ਤੇ ਹੈ ਕਿਤੇ ਥੋੜਾ ਬਹੁਤਾ। ਦੇਖੋ ਨਾ, ਮੋਤੀ ਦੇ ਦਿੱਤੇ ਨੇ ਤੇ ਉਹ ਵੀ ਗਿਣ ਰਿਹਾ ਹੈ, ਵੀ ਗਿਣਵਾ ਰਿਹਾ ਵੀ ਕਿੰਨੇ ਨੇ, ਪਤਾ ਤੇ ਕਰੀਏ ਪਹਿਲਾਂ। ਹਾਲਾਂਕਿ ਬਾਬਾ ਜੀ ਦਾ ਜਿਹੜਾ ਮਕਸਦ ਕੁਝ ਹੋ ਰਿਹਾ, ਉਹ ਫਿਰ ਗਿਣਤੀ ਸ਼ੁਰੂ ਕਰਦਾ ਹੈਗਾ, ਜਿਵੇਂ ਅਵਲ ਦੂਮ ਉਸ ਤਰੀਕੇ ਨਾਲ ਕਰਦੇ ਨੇ, 1 2 3 4। ਤੇ ਬਾਬਾ ਜੀ ਕਹਿੰਦੇ ਕਿ ਪੀਰ ਜੀ ਗਿਣਤੀ ਗਲਤ ਕਰ ਰਹੇ ਹੋ। ਉਹ ਕਹਿੰਦਾ ਹੈ ਹੋ ਸਕਦਾ ਗਲਤੀ ਲੱਗ ਗਈ ਹੋਵੇ, ਵੈਸੇ ਤੇ ਬੜੇ ਧਿਆਨ ਨਾਲ ਸੀ। ਉਹ ਫਿਰ ਗਿਣਦਾ ਹੈ ਅਵਲ ਦੂਨ ਇਸ ਤਰੀਕੇ ਦੇ ਨਾਲ। ਬਾਬਾ ਜੀ ਫਿਰ ਕਹਿੰਦੇ ਨਹੀਂ, ਗਿਣਤੀ ਗਲਤ ਹੈ। ਫਿਰ ਤੀਜੀ ਵਾਰੀ ਫਿਰ ਗਿਣਦਾ। ਬਾਬਾ ਜੀ ਕਹਿੰਦੇ ਗਿਣਤੀ ਫਿਰ ਗਲਤ ਆ। ਉਹ ਕਹਿੰਦਾ ਹੱਥ ਬੰਨ ਕੇ ਕਹਿੰਦਾ, ਨਾਨਕ ਸਾਹਿਬ ਪੀਰੇ ਹਿੰਦ ਤਰਸ ਕਰੀ, ਮੈਨੂੰ ਨਹੀਂ ਪਤਾ ਲੱਗ ਰਿਹਾ, ਜਿੱਥੇ ਗਲਤੀ ਹੋ ਰਹੀ ਹੈ ਉੱਥੇ ਫੜ ਲੈ, ਸ਼ਾਇਦ ਮੈਨੂੰ ਪਤਾ ਲੱਗ ਜੇ। ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਿੱਥੇ ਗਲਤੀ ਕਰ ਰਿਹਾ। ਬਾਬਾ ਜੀ ਕਹਿੰਦੇ ਠੀਕ। ਜਦੋਂ ਨੇ ਅਵਲ ਕਿਹਾ ਨਾ, 1 ਕਿਹਾ, ਬਾਬਾ ਜੀ ਨੇ ਫੜ ਲਿਆ ਹੱਥ ਉੱਤੇ। ਕਹਿੰਦੇ ਜੀ ਕੀ ਹੋਇਆ? ਬਾਬਾ ਜੀ ਕਹਿੰਦੇ ਕਿ ਤੂੰ ਗਿਣਤੀ ਗਲਤ ਕਰ ਰਿਹਾ ਹੈ। ਕਹਿੰਦੇ ਜੀ ਇੱਥੋਂ ਹੀ ਕਰੀ ਦੀ ਏ। ਬਾਬਾ ਜੀ ਕੀ ਕੋਈ ਇਸ ਤੋਂ ਪਹਿਲਾਂ ਕਰ? ਕਹਿੰਦੇ ਇਸ ਤੋਂ ਪਹਿਲਾਂ ਕੁਝ ਹੁੰਦਾ ਨਹੀਂਗਾ, ਗਿਣਤੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਬਾਬਾ ਜੀ ਕਹਿੰਦੇ ਆਹੀ ਜਵਾਬ ਹੈ ਤੇਰਾ। ਜਿੱਥੇ ਕੁਛ ਵੀ ਨਹੀਂ ਉੱਥੇ ਕੀ ਕਹਾਂਗੇ? ਖੁਦਾ ਹੀ ਆਦ ਹੈ, ਖੁਦਾ ਹੀ ਅੰਤ ਹੈ, ਉਹੀ ਇੱਕ ਹੈ, ਬਾਕੀ ਸਭ ਕੁਝ ਉਹਦੇ ਵਿੱਚ ਹੈ, ਇਸ ਰੂਪ ਦੇ ਵਿੱਚ ਹੈ। ਬਾਤ ਹਾਲਾਂਕਿ ਮੈਂ ਕਰਨ ਲੱਗਾ ਦੂਜੀ, ਹੁਣ ਇੱਕੇ ਦੀ ਗੱਲ ਆ ਗਈ ਕਿਤੇ ਮੇਰੇ ਜ਼ਿਹਨ 'ਚ ਇੱਕਦਮ ਬਾਤ ਅਲਾਈਨ ਹੋ ਗਈ। ਇੱਕ ਹੋਰ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਮਨਾਇਆ ਨਾ, ਹੁਣ ਤੇ 550 ਸਾਲਾ ਮਨਾਇਆ ਪ੍ਰਕਾਸ਼ ਪੁਰਬ, ਉਹ ਵੀ ਕਾਫੀ ਵੱਡੇ ਲੈਵਲ ਤੇ ਮਨਾਇਆ ਸੀਗਾ। ਉਹਨਾਂ ਦਿਨਾਂ ਦੇ 'ਚ ਇੱਕ ਆਰਟੀਕਲ ਸੀਗਾ ਜਿਹੜਾ ਇੱਕ ਗੈਰ ਸਿੱਖ ਨੇ ਲਿਖਿਆ ਸੀ। ਉਹਦੀਆਂ ਹਜ਼ਾਰਾਂ ਕਾਪੀਆਂ ਪੰਜਾਬੀ ਤੇ ਇੰਗਲਿਸ਼ ਵਿੱਚ ਛਪਵਾ ਕੇ ਵੰਡੀਆਂ ਗਈਆਂ ਸੀਗੀਆਂ ਸਾਡੀਆਂ ਸੰਸਥਾਵਾਂ ਵੱਲੋਂ। ਤੋ ਲਿਖਾਰੀ ਪਤਾ ਕੌਣ ਸੀਗਾ? ਬਲਵੰਤ ਗਾਰਗੀ। ਪੰਜਾਬੀ ਦਾ ਬੜਾ ਸਿਰਕੱਢ ਲਿਖਾਰੀ ਸੀਗਾ, ਪਰ ਗੈਰ ਸਿੱਖ ਸੀਗਾ। ਉਹਨੇ ਬਹੁਤ ਕਮਾਲ ਦੀ ਚੀਜ਼ ਲਿਖੀ, ਪਰ ਛੋਟੀ ਜਿਹੀ ਮੈਂ ਇੱਕ ਛੋਟਾ ਜਿਹਾ ਨੁਕਤਾ ਬਿਆਨ ਕਰਦਾ ਹਾਂ। ਉਹ ਇਹ ਕਹਿੰਦਾ ਹੈ ਕਿ ਪਾਰਟੀਸ਼ਨ ਤੋਂ ਪਹਿਲਾਂ ਅਸੀਂ ਪਰਲੇ ਪਾਸੇ ਰਹਿੰਦੇ ਸੀ ਪੰਜਾਬ ਵਿੱਚ, ਤੇ 2 ਭਰਾ ਸੀਗੇ, ਇੱਕ ਮੈਂ ਤੇ ਇੱਕ ਸ਼ਾਇਦ ਆਪਣੇ ਭਰਾ ਦਾ ਨਾਂ ਕੁਲਦੀਪ ਜਾਂ ਕੁਲਦੀਪਾ ਦੱਸਿਆ ਇਸ ਤਰੀਕੇ ਨਾਲ। ਕਹਿੰਦਾ ਕਿ ਮਾਂ ਮੇਰੀ ਨੇ ਇੱਕ ਸਾਡੇ ਘਰਾਂ ਪਿੰਡਾਂ ਦੇ ਕੋਲ ਕੋਈ ਸਾਧ ਹੁੰਦਾ ਸੀਗਾ, ਉਹਦੇ ਕੋਲ ਲੈ ਗਈ ਸਾਨੂੰ ਦੋਵਾਂ ਨੂੰ। ਕਹਿਣ ਲੱਗੀ ਉੱਥੇ ਜਾ ਕੇ, ਕਹਿੰਦੀ ਹੈ ਕਿ ਦੋਨਾਂ ਨੂੰ ਤੇ ਪੜ੍ਹਾ ਨਹੀਂ ਸਕਦੀ, ਇੰਨਾ ਤੇ ਖਰਚਾ ਹੈ ਨਹੀਂਗਾ ਕੋਲ। ਇੱਕ ਨੇ ਤੇ ਘਰ ਦਾ ਕੰਮ ਕਰਨਾ, ਮੱਝਾਂ ਚਾਰਨੀਆਂ ਤੇ ਹੋਰ ਸਭ ਕੁਝ ਕਰਨਾ, ਇੱਕ ਨੂੰ ਪੜ੍ਹਾ ਸਕਦੀ ਹਾਂ। ਤੇ ਜਿਹਨੂੰ ਇੱਕ ਨੂੰ ਪੜ੍ਹਾ ਸਕਦੀ ਹਾਂ ਉਸ ਨੂੰ ਹੀ ਪੜ੍ਹਾਵਾਂਗੀ ਜਿਹਦੇ ਕੋ ਦਿਮਾਗ 'ਚ ਪਏਗਾ। ਸੋ ਇਸ ਕਰਕੇ ਤੂੰ ਦੱਸ ਦੋਵਾਂ ਵਿੱਚੋਂ ਕੌਣ ਪੜ੍ਹ ਸਕਦਾ ਹੈ? ਉਹ ਕਹਿੰਦਾ ਬਾਏ ਚਾਂਸ ਜਿਹੜਾ ਹੈਗਾ ਉਸਨੇ ਮੇਰੇ ਵੱਲ ਇਸ਼ਾਰਾ ਕਰਤਾ। ਜੇ ਮੇਰੇ ਭਰਾ ਵੱਲ ਕਰ ਦਿੰਦਾ ਤੇ ਅੱਜ ਮੈਂ ਕੁਛ ਹੋਰ ਕੰਮ ਕਰਦੇ ਹੋਣਾ ਸੀ ਤੇ ਉਹਨੇ ਇੱਥੇ ਬੈਠੇ ਹੋਣਾ ਸੀਗਾ। ਉਹਨੇ ਮੇਰੇ ਵੱਲ ਕਰਤਾ। ਉਹਨੇ ਕਿਹਾ ਠੀਕ ਹੈ, ਪੜ੍ਹਾਈ ਵਾਸਤੇ ਕੀ ਹੈ? ਪੜ੍ਹਾਈ ਵਾਸਤੇ ਇਹ ਹੈ ਕਿ ਗੁਰਦੁਆਰਾ ਸਾਹਿਬ ਹੁੰਦਾ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਸਬਕ ਸਿਖਾਉਂਦੇ ਸੀਗੇ, ਉੱਥੇ ਮੈਨੂੰ ਭੇਜ ਦੇਣਾ ਕਰਨਾ। ਮੈਂ ਚਲਾ ਗਿਆ ਗੁਰਦੁਆਰਾ ਸਾਹਿਬ। ਕੁਝ ਹੋਰ ਸਹਿਪਾਠੀ ਉੱਥੇ ਜਿਹੜੇ ਮੇਰੇ ਨਾਲ ਦੀਆਂ ਪੜ੍ਹਨ ਵਾਲੇ ਨੇ ਉਹ ਨੇ,
ਮੈਂ 1-2 ਦਿਨ ਗਿਆ ਸੀ, ਖੇਡਦੇ ਆ ਸਾਰਾ, ਤੇ ਕੁਝ ਸਾਡੇ ਚੋਂ ਸਬਕ ਯਾਦ ਕਰਦੇ ਨੇ। ਤੇ ਮੈਂ ਪੁੱਛਿਆ ਵੀ ਸਾਨੂੰ ਪੜਾਓਗੇ? ਉਹ ਕਹਿੰਦੇ ਜੀ ਪੜਾਉਣ ਵਾਲੇ ਬਾਬਾ ਜੀ ਨੇ ਤੇ ਉਹ ਦੂਰ ਗਏ ਨੇ, ਉਹ ਆਉਂਦੇ ਨੇ ਕੁਝ ਦਿਨਾਂ ਬਾਅਦ, ਉਹ ਪ੍ਰਚਾਰ ਤੇ ਗਏ ਨੇ, ਆਉਂਦੇ ਨੇ ਤੇ ਆ ਕੇ ਉਹ ਸਬਕ ਦਿੰਦੇ ਨੇ, ਤੇ ਸਬਕ ਦੇ ਕੇ ਜਿਹੜਾ ਹੈਗਾ ਉਹ ਫਿਰ ਤੁਰ ਜਾਂਦੇ ਨੇ। ਫਿਰ ਅਸੀਂ ਸਬਕ ਯਾਦ ਕਰਦੇ, ਫਿਰ ਦੁਬਾਰਾ ਆ ਕੇ ਉਹ ਸਬਕ ਸੁਣਦੇ, ਨਵਾਂ ਦੇ ਜਾਂਦੇ। ਇਸ ਤਰ੍ਹਾਂ ਪੜ੍ਹਾਈ ਹੁੰਦੀ ਹੈ। ਖੈਰ ਕਹਿੰਦੇ ਉਹ ਕਈ ਦਿਨ ਨਿਕਲ ਗਏ, ਅਸੀਂ ਉਸ ਬਾਬਾ ਜੀ ਦੀ ਉਡੀਕ ਕਰਦੇ। ਇੱਕ ਦਿਨ ਕੀ ਹੋਇਆ, ਸਾਰੇ ਬੱਚੇ ਲਾਈਨ ਲਾ ਕੇ ਇਸ ਤਰੀਕੇ ਨਾਲ ਖੜ ਗਏ ਨੇ, ਪਤਾ ਲੱਗਾ ਬਾਬਾ ਜੀ ਆ ਰਹੇ ਨੇ। ਅਸੀਂ ਕਹਿੰਦੇ ਮੈਂ ਵੀ ਬੱਚਾ ਵਾਂ ਛੋਟਾ ਜਿਹਾ, ਦੇਖ ਰਿਹਾ ਉੱਧਰ ਨੂੰ ਇੱਕ ਸਾਈਡ ਨੂੰ, ਤੇ ਘੋੜਾ ਦਿਸਿਆ ਦੂਰੋਂ ਆਉਂਦਾ। ਜਿਵੇਂ ਜਿਵੇਂ ਘੋੜਾ ਨੇੜੇ ਆਇਆ, ਇੱਕ ਬਿਲਕੁਲ ਖਾਲਸਾਈ ਬਾਣਾ, ਨਿਹੰਗ ਬਾਣਾ ਉਹ ਦਿਸਿਆ, ਹੱਥ ਦੇ ਵਿੱਚ ਨੇਜ਼ਾ ਫੜਿਆ, ਤੇ ਬਹੁਤ ਬੀਬੀ ਗੁਰਮੁਖ ਰੂਹ ਜਿਹੜੀ ਹੈ ਬੜੀ ਸੂਰਤ, ਉਹ ਘੋੜੇ ਤੇ ਚੜੀ ਹੋਈ ਅੱਗੇ ਆ ਗਈ ਹੈ। ਉਹ ਬੱਚੇ ਲਾਈਨ 'ਚ ਲੱਗੇ ਨੇ। ਪਹਿਲੇ ਬੱਚੇ ਨੂੰ ਪੁੱਛਦਾ, ਅੱਛਾ ਸੁਣਾ ਸਬਕ। ਉਹ ਸਬਕ ਦੀ ਗੱਲ ਕਰਦਾ, ਉਹਨੂੰ ਕਹਿੰਦਾ ਠੀਕ ਹੈ। ਦੂਸਰੇ ਨੂੰ, ਤੀਸਰੇ ਨੂੰ, ਇਸ ਕਿਸਮ ਦੇ ਨਾਲ। ਜਦੋਂ ਮੇਰੀ ਵਾਰੀ ਆਈ ਤੇ ਮੇਰੇ ਵੱਲ ਉਸਨੇ ਨੇਜ਼ਾ ਕਰਕੇ ਕਿਹਾ, ਤੂੰ ਕੌਣ ਹੈ? ਸਹਿਪਾਠੀਆਂ ਨੇ ਦੱਸਿਆ ਜੀ ਨਵਾਂ ਜਿਹੜਾ ਹੈਗਾ ਇੱਥੇ ਪੜ੍ਹਨ ਵਾਸਤੇ ਆਇਆ ਬੱਚਾ ਹੈ। ਠੀਕ ਹੈ। ਮੇਰਾ ਉਹਨੇ ਨਾਂ ਪੁੱਛਿਆ, ਨਾਂ ਪੁੱਛ ਕੇ ਤੇ ਉਸਨੇ ਮੈਨੂੰ ਕਹਿੰਦਾ, ਪੁੱਛਿਆ ਵੀ ਪੜ੍ਹਨਾ ਹੈ? ਮੈਂ ਕਿਹਾ ਹਾਂਜੀ ਪੜ੍ਹਨਾ ਹੈ। ਸਬਕ ਦੇਵਾਂ? ਕਹਿੰਦਾ ਹਾਂਜੀ ਸਬਕ ਚਾਹੀਦਾ ਹੈ। ਕਹਿੰਦਾ ਉਸਨੇ ਹੱਥ 'ਚ ਫੜਿਆ ਹੋਇਆ ਨੇਜ਼ਾ ਮਿੱਟੀ ਤੇ ਇਸ ਤਰੀਕੇ ਨਾਲ ਵਾਹਿਆ, ਵਾਂਦਿਆਂ ਹੋਇਆਂ ਇੱਕ ਬਣਾਇਆ, ਊੜਾ ਬਣਾਇਆ, ਊੜੇ ਦਾ ਮੂੰਹ ਖੋਲਿਆ, ਇੱਕ ਓੰਕਾਰ। ਕਹਿੰਦਾ ਇਹ ਬਾਤ ਲਿਖੀ ਤੇ ਮੈਨੂੰ ਇਹ ਦੱਸਿਆ, ਇਹ ਸਾਰੀ ਦੁਨੀਆ ਦਾ ਗਿਆਨ, ਸਾਰੀ ਦੁਨੀਆ, ਸਭ ਕੁਝ ਇੱਥੋਂ ਹੀ ਸ਼ੁਰੂ ਹੋਇਆ, ਇੱਥੇ ਹੀ ਖਤਮ ਹੋ ਜਾਣਾ। ਕਹਿੰਦਾ ਜੀ ਮੇਰਾ ਦੁਨੀਆ ਦਾ ਉਹ ਸਬਕ ਸੀਗਾ ਜਿੱਥੋਂ ਬਾਤ ਸ਼ੁਰੂ ਹੋਈ। ਹਕੀਕਤ ਇਹ ਹੈ ਸਭ ਇੱਕ ਹੀ ਹੈ, ਇੱਕ ਤੋਂ ਹੀ ਸ਼ੁਰੂ ਹੋਇਆ, ਇੱਕ 'ਚ ਹੀ ਹਮ ਆ ਜਾਣਾ। And even I have so many other examples too. I can actually give some examples. Today's Einstein, Stephen Hawking, ਜਿਹੜਾ ਬੜਾ ਵੱਡਾ ਸਾਇੰਸਦਾਨ ਹੋਇਆ ਹੈ। ਜਦੋਂ ਤੁਸੀਂ ਸਾਇੰਟਿਫਿਕ ਸਾਈਡ ਤੋਂ ਬਾਤ ਕਰਦੇ ਹੋ, ਪਤਾ ਲੱਗਦਾ ਹੈ ਜਿਹੜੀ ਬਾਬਾ ਜੀ ਦੀ ਬਾਤ ਹੈ ਕਿਤਨੀ, ਮਤਲਬ ਅੱਜ ਵੀ ਲੋਕਾਂ ਵਾਸਤੇ ਉਹਦੀ ਰਿਲੇਵੈਂਸ ਜਿਹੜੀ ਹੈਗੀ, ਉਹਦੀ ਜਿਹੜੀ ਸਿਗਨੀਫਿਕੇਸ਼ਨ ਹੈ ਐਜ਼ ਇਟ ਇਜ਼ ਹੀ ਹੈ। ਖੈਰ ਮੈਂ ਬਾਤ ਜਿਹੜੀ ਮੁਕਾਮੀ ਤੌਰ ਤੇ ਜਾਣਾ ਚਾਹ ਰਿਹਾ ਸੀ ਉਸ ਪਾਸੇ ਆਵਾਂ। ਪਹਿਲੀ ਬਾਤ ਇਹ ਹੋਈ ਕਿ ਉਹ ਗੁਰੂ ਸਾਹਿਬ ਨੂੰ ਪੁੱਛਦਾ ਹੈ ਇੱਕ ਤੋਂ ਗੱਲ ਕਿਉਂ ਸ਼ੁਰੂ ਹੁੰਦੀ? ਬਾਬਾ ਜੀ ਉਹ ਪ੍ਰਤੱਖ ਪ੍ਰਮਾਣ ਦੇ ਕੇ ਗੱਲ ਕਰਦੇ, ਤੇ ਉਹ ਕਹਿੰਦਾ ਸਮਝ ਆ ਗਈ ਜੀ। ਫਿਰ ਉਹ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਇੱਕ ਹੈ, ਸਭ ਥਾਂ ਤੇ ਮੌਜੂਦ ਹੈ, ਤੁਸੀਂ ਉਹਨੂੰ ਓੰਕਾਰ ਕਹਿੰਦੇ ਹੋ, ਪਰ ਮੇਰੀ ਤੁਹਾਨੂੰ ਇਹ ਸ਼ਿਕਾਇਤ ਕਹਿ ਲਓ, ਸਵਾਲ ਕਹਿ ਲਓ, ਉਹ ਇੱਕ ਦਿਸਦਾ ਕਿਉਂ ਨਹੀਂ? ਜਦੋਂ ਹੈ ਮੌਜੂਦ ਹੈ ਉਹੀ ਹੈ, ਤੇ ਦਿਸਦਾ ਕਿਉਂ ਨਹੀਂ? ਦਿਸੇ ਵੀ ਇੱਕ ਹੀ ਬਾਤ ਆ। ਬਾਬਾ ਜੀ ਕਹਿੰਦੇ ਫਿਰ ਹੱਸ ਪਏ। ਫਿਰ ਪ੍ਰਤੱਖ ਪ੍ਰਮਾਣ ਦੀ ਗੱਲ ਆਈ। ਫਿਰ ਬਾਬਾ ਜੀ ਕਹਿੰਦੇ ਪੀਰ ਜੀ ਇਹ ਨਜ਼ਰਾਨਾ ਤੇ ਹੋ ਗਿਆ ਸਾਡੇ ਆਉਣ ਵਾਸਤੇ, ਅਸੀਂ ਪ੍ਰਦੇਸੀ ਇੰਨੀ ਦੂਰੋਂ ਤੁਰ ਕੇ ਆਏ ਆ, ਸਵਾਲ ਪੁੱਛੀ ਜਾ ਰਹੇ ਹੋ, ਕੁਝ ਹੋਰ ਸੇਵਾ। ਉਹ ਕਹਿੰਦਾ ਜੀ ਉਹ ਮੈਂ ਫਿਰ ਭੁੱਲ ਗਿਆ। ਉਹਨੇ ਫਿਰ ਤਾੜੀ ਮਾਰੀ। ਬੰਦਾ ਆਇਆ ਦੁੱਧ ਦਾ ਬਾਟਾ ਲੈ ਕੇ। ਸਾਖੀ ਤੁਸੀਂ ਕਈ ਵਾਰੀ ਸੁਣੀ ਹੋਏਗੀ, ਬਾਬਾ ਜੀ ਦੇ ਸਾਹਮਣੇ ਦੁੱਧ ਰੱਖਿਆ। ਬਾਬਾ ਜੀ ਦੁੱਧ ਨਹੀਂ ਛਕ ਰਹੇ, ਵੇਖੀ ਜਾ ਰਹੇ ਨੇ ਉਹਦੇ ਵੱਲ। ਪੀਰ ਕਹਿੰਦਾ ਜੀ ਬਿਸਮਿਲ੍ਲਾ ਕਰੋ, ਛਕੋ ਇਹਨੂੰ। ਬਾਬਾ ਜੀ ਕਹਿੰਦੇ ਜ਼ਰੂਰ ਕਰਦੇ ਪੀਰ ਜੀ, ਪਰ ਇਹਦੇ 'ਚ ਕੁਝ ਹੈ। ਉਹ ਕਹਿੰਦਾ ਜੀ ਕੁਝ ਨਹੀਂ ਹੈ। ਬਾਬਾ ਜੀ ਕਹਿੰਦੇ ਨਹੀਂ ਪੀਰ ਜੀ, ਐਵੇਂ ਤੁਸੀਂ ਕਿਵੇਂ ਕਹਿ ਸਕਦੇ ਹੋ, ਕੁਝ ਤੇ ਹੈ। ਉਸਨੇ ਫਿਰ ਬਾਟਾ ਚੱਕਿਆ, ਉਹਨੂੰ ਐਵੇਂ ਕਰਕੇ ਹਿਲਾ ਕੇ ਵੇਖਦਾ ਆਲੇ ਦੁਆਲੇ। ਕਹਿੰਦਾ ਨਹੀਂ ਇਹਦੇ 'ਚ ਕੁਛ ਨਹੀਂ ਹੈ। ਬਾਬਾ ਜੀ ਕਹਿੰਦੇ ਨਹੀਂ ਪੀਰ ਜੀ ਹੈ। ਉਹਨੇ ਇੱਕ ਹੋਰ ਬਾਟਾ ਮੰਗਾਇਆ, ਉਹਦੇ ਵਿੱਚੋਂ ਸਾਰਾ ਉਹਦੇ 'ਚ ਪਿਓਰ ਕੀਤਾ ਇਸ ਤਰੀਕੇ ਦੇ ਨਾਲ। ਫਿਰ ਕਹਿੰਦਾ ਜੀ ਕੁਝ ਨਹੀਂ ਹੈ, ਮੈਂ ਦੇਖ ਲਿਆ। ਬਾਬਾ ਜੀ ਕਹਿੰਦੇ ਬੜੇ ਧਿਆਨ ਨਾਲ ਦੇਖੋ ਪੀਰ ਜੀ, ਇਹ ਕੁਝ ਨਹੀਂ ਹੈ ਇਹਦੇ ਵਿੱਚ। ਕਹਿੰਦਾ ਜੀ ਕੁਝ ਨਹੀਂ। ਬਾਬਾ ਜੀ ਕਹਿੰਦੇ ਘਿਓ ਨਹੀਂ ਹੈ ਇਹਦੇ 'ਚ? ਕਹਿੰਦਾ ਜੀ ਉਹ ਤੇ ਹੈ। ਬਾਬਾ ਜੀ ਕਹਿੰਦੇ ਦਿਸਿਆ ਤੈਨੂੰ? ਕਹਿੰਦਾ ਨਹੀਂ ਜੀ ਦਿਸਿਆ ਤੇ ਨਹੀਂ, ਪਰ ਹੈ। ਬਾਬਾ ਜੀ ਕਹਿੰਦੇ ਇਹ ਫਿਰ ਦਿਸੇਗਾ ਕਿਵੇਂ? ਕਹਿਣ ਲੱਗੇ ਸੰਜਮ ਕਰਨਾ ਪਏਗਾ, ਇਹਨੂੰ ਜਮਾਵਾਂਗੇ, ਰਿੜਕਾਂਗੇ, ਫਿਰ ਜਾ ਕੇ ਨਿਕਲੇਗਾ। ਬਾਬਾ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੀ ਹੈ, ਇੱਥੇ ਹੀ ਆ। ਜਿਹਨੂੰ ਕਿਹਾ ਨਾ ਕਿ ਜਿਹੜਾ ਹੈਗਾ ਆ ਜਿਹੜਾ ਸਕਲ ਕਾਸਟ ਮੈਂ ਬੈਸੰਤਰ, ਸਾਰੀ ਲੱਕੜ ਚੱਗ ਪਈ ਹੈ, ਪਰ ਸੰਜਮ ਨਾਲ ਪ੍ਰਗਟ ਹੋਏਗੀ। ਅਸੀਂ ਸਭ ਉਸ ਜੋਤ ਨੂੰ ਕੈਰੀ ਕਰਕੇ ਤੁਰੇ ਫਿਰਦੇ ਹਾਂ। ਗੁਰੂ ਬਾਬਾ ਜੀ ਨੇ ਇੱਥੇ ਬਚਨ ਲਿਖਿਆ, ਗੁਰੂ ਅਮਰਦਾਸ ਮਹਾਰਾਜ ਨੇ, ਕਹਿਣ ਲੱਗੇ ਆਤਮ ਰਾਮ ਪ੍ਰਗਾਸ
ਗੁਰ ਤੇ ਹੋਵੇ। ਜਿਵੇਂ ਗੁਰੂ ਦਾ ਸੰਗ ਹੁੰਦਾ ਹੈ, ਆਤਮ ਰਾਮ ਪ੍ਰਗਾਸ ਹੋ ਜਾਂਦਾ ਹੈ, ਬੰਦੇ ਦੀ ਪ੍ਰਜੁਲਨਾ, ਇਨਲਾਈਟਮੈਂਟ, ਰੋਸ਼ਨ ਦਿਮਾਗ ਹੋ ਜਾਂਦਾ ਹੈ, ਸੁਰਤ ਬਦਲਦੀ ਹੈ। ਇਹ ਚੀਜ਼ ਹੈ, ਉਹ ਸੰਜਮ ਵਿੱਚੋਂ ਚੀਜ਼ ਪ੍ਰਗਟ ਹੋਏਗੀ। ਕਿਆ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ। ਸਭ ਹਉਮੈ ਦੀ ਮੈਲ ਨਾਲ ਭਰੇ ਹੋਏ ਆ, ਕੋਈ ਵੱਧ ਹੈ ਕੋਈ ਘੱਟ ਹੈ, ਤੇ ਇਹ ਪਤਾ ਨਹੀਂ ਲੱਗਦਾ ਵੀ ਇਹਨੂੰ ਕੱਢਣਾ ਕਿਵੇਂ। ਮਹਾਰਾਜ ਨੇ ਕਿਹਾ ਗੁਰ ਸ਼ਬਦੀ ਖੋਵੈ। ਖੋਣਾ ਹੁੰਦਾ ਗਵਾ ਜਾਣਾ, ਕੋਈ ਚੀਜ਼ ਹੋਏ ਪਰ ਉਹਨੂੰ ਮਿਟੇ ਦੇਣਾ। ਕਹਿਣ ਲੱਗੇ ਇਸ ਚੀਜ਼ ਨੂੰ ਤੁਸੀਂ ਗਵਾ ਸਕਦੇ ਹੋ, ਹਟਾ ਸਕਦੇ ਹੋ ਆਪਣੇ ਤੋਂ ਦੂਰ, ਗੁਰੂ ਕੀ ਸ਼ਬਦ ਦੀ ਮਦਦ ਦੇ ਨਾਲ। ਮਨ ਨਿਰਮਲ ਅਨਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਜਦੋਂ ਮਨ ਨਿਰਮਲ ਹੋਏ, ਹਰ ਵਕਤ ਭਗਤੀ ਵਿੱਚ ਰਤਿਆ ਰਹੇ, ਭਗਤ ਕਰੇ ਹਰ ਪਾਵਣਿਆ। ਉਹੋ ਜਿਹੇ ਲੋਕ ਫਿਰ ਹਰੀ ਦੀ ਭਗਤੀ ਕਰਦਿਆਂ ਹੋਇਆਂ ਇਕੱਲੇ ਹਰੀ ਦੀ ਭਗਤੀ ਨਹੀਂ ਕਰਦੇ, ਹਰੀ ਨੂੰ ਪਾਵਣਿਆ ਪਾ ਲੈਂਦੇ ਨੇ, ਉਹਦੇ ਨਾਲ ਆਤਮਸਾਤ ਹੋ ਜਾਂਦੇ ਨੇ। ਸਭ ਰਹਿਮਤ ਕਰਨ, ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।